ਅੱਜ ਜਿਹੜਾ ਪਹਿਲਾ ਸਾਡਾ ਇੰਪੋਰਟੈਂਟ ਇਸ਼ੂ ਆ, ਮੈਨੂੰ ਪਹਿਲਾਂ ਉਸ ਬਾਰੇ ਸਾਰੀ ਚਰਚਾ ਕਰ ਲੈਣ ਦਿਓ ਔਰ ਉਸ ਤੋਂ ਬਾਅਦ ਆਪਾਂ ਜਿਹੜੇ ਤੁਹਾਡੇ ਕੋਲ ਸਵਾਲ ਹੋਣਗੇ ਜੋ ਬਰਨਿੰਗ ਇਸ਼ੂਜ਼ ਨੇ ਉਹਦੇ ਤੇ ਜ਼ਰੂਰ ਅਸੀਂ ਸਾਰੇ ਸਵਾਲਾਂ ਦਾ ਜਵਾਬ ਵੀ ਦੇਵਾਂਗੇ। ਤੁਹਾਨੂੰ ਸਭ ਨੂੰ ਪਤਾ ਵਾ ਕਿ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਪੰਚਾਇਤ ਦੀਆਂ ਜ਼ਮੀਨਾਂ ਛਡਾਉਣ ਦਾ ਅਭਿਆਨ ਚਲਾਇਆ ਸੀਗਾ ਔਰ ਇਹ ਅਭਿਆਨ ਜਦੋਂ ਚਲਾਇਆ ਵਾ ਇਹ 1 ਮਹੀਨਾ ਪਹਿਲਾਂ ਇਹਦੇ 'ਚ ਮੈਂ ਹੀ ਇਸ ਨੂੰ ਪਬਲਿਕ ਡੋਮੇਨ 'ਚ ਲੈ ਕੇ ਆਇਆ ਸੀਗਾ ਔਰ ਮੈਂ ਬੇਨਤੀ ਕੀਤੀ ਸਰਕਾਰ ਨੂੰ ਕਿ ਇੱਕ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਰਿਪੋਰਟ ਹੈ ਜਿਹੜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ 2010-11 ਦੇ ਵਿੱਚ ਇਸ ਕਮਿਸ਼ਨ ਨੂੰ ਸਥਾਪਿਤ ਕੀਤਾ ਸੀਗਾ ਔਰ ਉਸ ਕਮਿਸ਼ਨ ਨੂੰ ਹਦਾਇਤ ਦਿੱਤੀ ਸੀ ਕਿ ਇਕੱਲਾ ਪਹਿਲਾਂ ਮੋਹਾਲੀ ਜ਼ਿਲ੍ਹੇ ਨੂੰ ਆਇਡੈਂਟੀਫਾਈ ਕਰੋ ਕਿ ਮੋਹਾਲੀ ਜ਼ਿਲ੍ਹੇ ਵਿੱਚ ਕਿੰਨੇ ਤਾਕਤਵਰ ਪੋਲੀਟੀਸ਼ੀਅਨਸ ਤੇ ਅਫਸਰਸ਼ਾਹੀ ਦੇ ਕੋਲ ਜ਼ਮੀਨਾਂ ਨੇ। ਤੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਕਾਫੀ 2 ਵੋਲਿਊਮਸ ਦੀ ਰਿਪੋਰਟ ਤਿਆਰ ਕੀਤੀ ਔਰ ਉਸ ਤੋਂ ਬਾਅਦ ਇੱਕ ਸਬ ਕਮੇਟੀ ਵੀ ਬਣਾਈ ਗਈ ਡਿਊਰਿੰਗ ਨਵਜੋਤ ਸਿੰਘ ਸਿੱਧੂ's ਟਾਈਮ। IPS ਆਫਸਰ ਜਿਹੜੇ ਹੁਣ ਰਿਟਾਇਰਡ ਨੇ ਚੰਦਰ ਸ਼ੇਖਰ ਉਹਨਾਂ ਦਾ ਨਾਮ ਦੀ ADGP ਸੀਗੇ, ਉਸ ਸਬ ਕਮੇਟੀ ਨੇ ਵੀ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਾਰੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਚਾਇਤੀ ਜ਼ਮੀਨਾਂ ਨੂੰ ਆਇਡੈਂਟੀਫਾਈ ਕੀਤਾ ਤਾਂ ਪਾਇਆ ਗਿਆ ਕਿ ਇਕੱਲੇ ਮੋਹਾਲੀ ਵਿੱਚ ਅਪਰੋਕਸੀਮੇਟਲੀ 50,000 ਏਕੜ ਜ਼ਮੀਨ ਜਿਹੜੀ ਆ ਉਹ ਨਜਾਇਜ਼ ਕਬਜ਼ੇ 'ਚ ਔਰ ਨਜਾਇਜ਼ ਕਬਜ਼ਾ ਕੋਈ ਛੋਟੇ-ਮੋਟੇ ਬੰਦਿਆਂ ਦੇ ਕੋਲ ਨਹੀਂਗਾ, ਉਹ ਤਾਕਤਵਰ ਪੋਲੀਟੀਕਲ ਔਰ ਬਹੁਤ ਵੱਡੇ ਅਫਸਰਸ਼ਾਹੀ ਮਤਲਬ ਲਗਭਗ ਸਾਰੇ ਜਿੰਨੇ DGP ਤੁਹਾਨੂੰ ਨਜ਼ਰ ਆਉਂਦੇ ਨੇ, ਲਗਭਗ ਸਾਰੇ ਮਿਨਿਸਟਰਸ, ਸਾਬਕਾ ਮਿਨਿਸਟਰਸ, ਚੀਫ ਮਿਨਿਸਟਰਸ, ਇਹਨਾਂ ਸਾਰਿਆਂ ਦੀਆਂ ਜ਼ਮੀਨਾਂ ਇੱਥੇ ਸੀਗੀਆਂ ਕਿਉਂਕਿ ਇਹ ਪ੍ਰਭਾਵ ਰੱਖਦੇ ਸੀਗੇ ਤੇ ਰੈਵਨਿਊ ਡਿਪਾਰਟਮੈਂਟ ਅੱਗੇ ਝੁਕਦੀ ਸੀ। ਜ਼ਮੀਨਾਂ ਅੱਜ ਤੋਂ 30-35 ਸਾਲ ਪਿੱਛੇ ਚੱਲ ਜਾਓ, ਉਦੋਂ ਚੰਡੀਗੜ੍ਹ ਦੇ ਲਾਗੇ ਜ਼ਮੀਨਾਂ ਦੀ ਕੀਮਤ ਕੋਈ ਏਡੀ ਜ਼ਿਆਦਾ ਹੈ ਨਹੀਂ ਸੀਗੀ। ਇਹ ਆਹਿਸਤਾ ਰੈਵਨਿਊ ਰਿਕਾਰਡ ਦੇ ਨਾਲ ਰੈਵਨਿਊ ਡਿਪਾਰਟਮੈਂਟ ਨਾਲ ਮਿਲ ਕੇ ਕਿਸੇ ਨੇ ਕਿਸੇ ਢੰਗ ਨਾਲ ਉਸ ਜ਼ਮੀਨ ਨੂੰ ਲੈ ਲਿਆ, ਕਿਸੇ ਨੇ ਗਿਰਦਾਵਰੀਆਂ ਕਰਾ ਲਈਆਂ, ਫਿਰ ਹੌਲੀ ਉਹਦੀ ਮਲਕੀਅਤ ਵੱਲ ਨੂੰ ਚਲੇ ਗਏ। ਕਈਆਂ ਨੇ ਮੁਸ਼ਤਰਕਾ ਮਾਲਕਾ ਜ਼ਮੀਨਾਂ ਛੋਟੇ ਮਾਲਕਾਂ ਕੋ ਖਰੀਦ ਕੇ 100 150 ਏਕੜ ਜ਼ਮੀਨ ਇਕੱਠੀ ਕਰ ਲਈ। ਬਹੁਤ ਸਾਰੇ ਵੱਡੇ ਪੋਲੀਟੀਕਲ ਬੰਦਿਆਂ ਦੀਆਂ ਜ਼ਮੀਨਾਂ ਇਸ ਵਿੱਚ ਸੀਗੀਆਂ ਔਰ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਇਹ ਦੋਨੋਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀਆਂ ਦੋਨੋਂ ਵੋਲਿਊਮਸ ਮੈਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਰਿਲੀਜ਼ ਕੀਤੀਆਂ ਹੋਈਆਂ ਨੇ। ਤੁਹਾਡੇ ਕੋਲ ਸੌਫਟ ਕਾਪੀਜ਼ ਹੋਣਗੀਆਂ ਤੁਹਾਡੀ ਈਮੇਲ ਅਗਰ ਤੁਸੀਂ ਚੈੱਕ ਕਰੋਗੇ ਤਾਂ 2017-18 ਦੇ ਦਰਮਿਆਨ। ਤੇ ਹੁਣ ਉਸਨੇ ਸਰਕਾਰ ਨੇ ਕਿਉਂਕਿ ਅਲਟੀਮੇਟਲੀ ਕੀ ਹੋਇਆ ਵਾ ਕਿ ਇੱਕ ਸੁਪਰੀਮ ਕੋਰਟ ਦਾ ਆਰਡਰ ਆਇਆ ਸਟੇਟ ਵਰਸਸ ਜੈ ਸਿੰਘ। ਉਹ ਸੁਪਰੀਮ ਕੋਰਟ ਨੇ ਕਿਹਾ ਕਿ ਇਰਰਿਸਪੈਕਟਿਵ ਆਫ ਦ ਨੇਚਰ ਆਫ ਲੈਂਡ ਕੋਈ ਵੀ ਪੰਚਾਇਤ ਲੈਂਡ ਵੈਦਰ ਇਟ ਇਜ਼ ਮੁਸ਼ਤਰਕਾ ਮਾਲਕਾ, ਵੈਦਰ ਇਟ ਸ਼ਾਮਲਾਤ, ਵੈਦਰ ਇਟ ਸ਼ਾਮਲਾਤ ਜੁਮਲਾ, ਕੋਈ ਵੀ ਉਹਦੀ ਨੇਚਰ ਹੈਗੀ ਆ ਉਹ ਪੰਚਾਇਤ ਵਿੱਚ ਹੀ ਵੈਸਟ ਹੋਊਗੀ। ਸੋ ਇਹਨਾਂ ਨੂੰ ਇੱਕ ਹੈਂਡਲ ਮਿਲਿਆ। ਹਾਲਾਂਕਿ ਦੂਸਰੇ ਸਾਰੇ ਸਟੇਟਾਂ ਦੇ ਵਿੱਚ ਇਹ ਕੇਸ ਤੁਲਕ ਰੱਖਦਾ ਸੀ ਹਰਿਆਣੇ ਦਾ। ਹਰਿਆਣਾ ਬੜਾ ਕੁਆਇਟਲੀ ਬੜੇ ਆਰਡਰਲੀ ਤਰੀਕੇ ਨਾਲ ਇਸ ਪੰਚਾਇਤ ਦੀਆਂ ਜ਼ਮੀਨਾਂ ਨੂੰ ਛਡਾਉਣ ਦਾ ਅਭਿਆਨ ਚਲਾ ਰਿਹਾ ਵਾ, ਇਹ ਨਹੀਂ ਕਿ ਉਹ ਨਹੀਂ ਚਲਾ ਰਹੇ ਹੈਗੇ। ਲੇਕਿਨ ਸਾਡੀ ਸਟੇਟ ਵਿੱਚ ਅਨਫੋਰਚੂਨੇਟਲੀ ਹਰ ਗੱਲ ਦੇ ਨੰਬਰ ਬਣਾਉਣ ਦਾ, ਸੋਸ਼ਲ ਮੀਡੀਆ ਕੈਂਪੇਨ ਲਾਂਚ ਕਰਨ ਦਾ ਇੱਕ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਤਰੀਕਾ ਵਾ। ਤਾਂ ਕੁਲਦੀਪ ਧਾਲੀਵਾਲ ਨੇ ਕੈਮਰਾ ਆਪਣੇ ਪਿੱਛੇ ਇੱਥੇ ਟੰਗ ਕੇ ਤੇ ਚੱਲ ਪਏ ਪਿੰਡਾਂ ਦੇ ਵਿੱਚ। ਕਿਸੇ ਪਿੰਡ 'ਚ 400 ਕਿੱਲਾ ਛਡਾ ਲਿਆ, ਕਿਸੇ 200 ਕਿੱਲਾ ਛਡਾ ਲਿਆ, ਕਿਸੇ 'ਚ 100 ਕਿੱਲਾ ਛਡਾ ਲਿਆ, ਕਿਤੇ 50 ਕਿੱਲੇ ਛਡਾ ਲਏ। ਤਾਂ ਉਹਨਾਂ ਨੇ ਕਲੇਮ ਕੀਤਾ ਵਾ ਕਿ ਪਿਛਲੇ 2 ਮਹੀਨਿਆਂ 'ਚ ਅਸੀਂ ਸ਼ਾਇਦ 2000 ਏਕੜ ਜ਼ਮੀਨ ਛਡਾਈ। ਪਹਿਲਾਂ ਤਾਂ ਮੈਂ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਅਗਰ 50,000 ਏਕੜ ਜ਼ਮੀਨ ਇਕੱਲੇ ਮੋਹਾਲੀ ਜ਼ਿਲ੍ਹੇ ਵਿੱਚ ਆ ਤਾਂ 23 ਜ਼ਿਲ੍ਹਿਆਂ ਵਿੱਚ ਐਸਟੀਮੇਟਿਡ ਪੰਚਾਇਤ ਲੈਂਡ ਅੰਡਰ ਇਲੀਗਲ ਪੋਜੈਸ਼ਨ ਇਜ਼ ਅਪਰੋਕਸੀਮੇਟਲੀ 6 ਲੱਖ ਏਕੜਸ। ਕੀ ਇੱਕ ਮਿਨਿਸਟਰ ਇਕੱਲਾ ਸਾਰੇ ਸਪੌਟਸ ਵਿਜ਼ਿਟ ਕਰਕੇ 6 ਲੱਖ ਏਕੜ ਜ਼ਮੀਨ ਛੁਡਾ ਸਕਦਾ ਵਾ? 60 ਸਾਲ ਲੱਗਣਗੇ, 60 ਸਾਲ ਐਟ ਦਿਸ ਸਪੀਡ। ਇਹਦੇ ਨਾਲੋਂ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਸੀਗਾ ਮੇਕ ਅ ਪਾਲਿਸੀ ਔਰ ਇਸ ਨੂੰ 2 ਪ੍ਰੋਂਗ ਪਾਲਿਸੀ ਰੱਖੋ, 2 ਇਹਦੇ ਵਿੰਗਸ ਰੱਖੋ। ਇੱਕ ਰੱਖੋ ਕਿ ਜਿਹੜਾ ਲੋਕੀ ਪਾਵਰਫੁਲ ਨੇ, ਜਿਹੜੇ ਜ਼ਮੀਨਾਂ ਜਾਇਦਾਦਾਂ ਰੱਖਦੇ ਨੇ, ਰਸੂਖਦਾਰ ਨੇ, ਲੈਂਡ ਸ਼ਾਰਕਸ ਨੇ। ਮੈਨੂੰ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ MLA ਮੋਹਾਲੀ ਵਾਲਾ ਆਈ ਮੀਨ ਸਬਜੈਕਟ ਟੂ ਕਰੈਕਸ਼ਨ ਹੈ ਕਿ 120 ਕਿੱਲੇ ਪੰਚਾਇਤ ਦੀ ਜ਼ਮੀਨ ਕੁਲਵੰਤ ਸਿੰਘ ਦੇ ਕੋਲ ਵੀ ਹੈ। ਤੇ ਬਹੁਤ ਸਾਰੇ ਹੋਰ ਲੈਂਡ ਸ਼ਾਰਕਸ ਨੇ ਜਿਨ੍ਹਾਂ ਨੇ ਜ਼ੀਰਕਪੁਰ, ਮੋਹਾਲੀ ਔਰ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਸਾਈਡ ਤੇ ਸਕਾਈ ਸਕ੍ਰੇਪਰ ਬਿਲਡਿੰਗਸ, ਰੈਜ਼ੀਡੈਂਸ਼ੀਅਲ ਬਿਲਡਿੰਗਸ, ਕਮਰਸ਼ੀਅਲ ਬਿਲਡਿੰਗਸ ਬਣਾਈਆਂ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਦੇ ਉੱਤੇ ਬਣੀਆਂ ਹੋਈਆਂ। ਇਹ ਜ਼ਮੀਨਾਂ ਇੱਕ ਕਿੱਲਾ 5-5, 6-6, 7-7 ਕਰੋੜ ਰੁਪਏ ਦਾ ਚੰਡੀਗੜ੍ਹ ਦੇ ਲਾਗੇ ਹੈਗਾ ਵਾ। ਸੋ
ਮੈਂ ਸੁਜੈਸਟ ਕੀਤਾ ਸੀ ਗਵਰਨਮੈਂਟ ਨੂੰ ਕਿ ਪਹਿਲਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰਿਤ ਪਹਿਲਾਂ ਮੁਹਾਲੀ ਦੇ ਨੇੜਿਓਂ ਜਿਹੜੀਆਂ ਬਹੁਤ ਬੇਸ਼ਕੀਮਤੀ ਜ਼ਮੀਨਾਂ ਨੇ, ਤਾਕਤਵਰ ਲੋਕਾਂ ਨੇ ਤੇ ਅਫਸਰਾਂ ਨੇ, ਉਹਨਾਂ ਨੂੰ ਪਹਿਲਾਂ ਛਡਵਾਓ ਤੁਸੀਂ, ਔਰ ਇੱਕ ਨੀਤੀ ਬਣਾਓ ਕਿ ਇਹ ਜਿਹੜੇ, ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂ ਇਸ ਰਾਹ ਨੂੰ ਸਰਲ ਕਰਨਾ, ਕਿਉਂਕਿ ਅਲਟੀਮੇਟਲੀ ਵਿਲੇਜ ਕਾਮਨ ਲੈਂਡ ਐਕਟ ਜਿਹੜਾ ਹੈਗਾ 1961 ਦਾ, ਉਹਦੇ ਚਾਹੇ ਕੋਈ ਵੀ ਨਜਾਇਜ਼ ਕਾਬਜ਼ ਵੀ ਆ, ਤੁਸੀਂ ਉਹਨੂੰ ਨੋਟਿਸ ਤਾਂ ਦਿਓਗੇ ਨਾ, ਉਹਦੀ ਸੁਣਵਾਈ ਤਾਂ ਕਰੋਗੇ ਨਾ, ਇੱਕ ਕੋਰਟ ਪ੍ਰੋਸੀਡਿੰਗ ਤਾਂ ਕਰੋਗੇ ਨਾ। ਉਹ ਪ੍ਰਕਿਰਿਆ ਨੂੰ ਤੁਸੀਂ ਅਗਰ ਚਾਹੁੰਦੇ ਆ ਸਿੰਪਲੀਫਾਈ ਕਰਨਾ ਤਾਂ ਵਿਧਾਨ ਸਭਾ 'ਚ ਲਾਅ ਲਿਆ ਕੇ ਇਹਨਾਂ ਵੱਡੇ ਬੰਦਿਆਂ ਦੇ ਕੋਲੋਂ ਪਹਿਲਾਂ ਜ਼ਮੀਨਾਂ ਛਡਾਓ। ਗੱਲ ਇੱਥੋਂ ਚੱਲੀ ਸੀਗੀ। ਤੇ ਦੂਜੇ ਜਿਹੜੇ ਛੋਟੇ ਬੇਜ਼ਮੀਨੇ ਲੋਕ ਨੇ, ਜਿਹੜਾ ਐਕਟ ਹੈਗਾ ਤੁਹਾਡੇ ਕੋਲ, ਉਹ ਦ ਪੰਜਾਬ ਅਲਾਟਮੈਂਟ ਐਂਡ ਰੀਸੈਟਲਮੈਂਟ ਆਫ ਲੈਂਡਲੈਸ ਮਾਰਜਨਲ ਸਮਾਲ ਫਾਰਮਰਸ, ਆ ਹੁਣੇ ਹੀ 2020 ਵਿੱਚ ਇੱਕ ਪੰਜਾਬ ਸਰਕਾਰ ਨੇ ਜਿਹੜਾ ਕਿ ਨੋਟੀਫਾਈ ਹੋਇਆ, ਗਜ਼ਟ ਨੋਟੀਫਿਕੇਸ਼ਨ ਤੁਹਾਨੂੰ ਮੈਂ WhatsApp ਤੇ ਭੇਜਿਆ ਹੋਇਆ ਵਾ, ਗਜ਼ਟ ਨੋਟੀਫਿਕੇਸ਼ਨ ਹੋਈ ਆ 2021 ਦੀ ਜਨਵਰੀ 'ਚ। ਉਸ ਮੁਤਾਬਕ ਕੀ ਆ ਪੰਜਾਬ ਦੀਆਂ, ਦੈਟ ਰਿਲੇਟਸ ਟੂ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡਸ, ਨਾਟ ਪੰਚਾਇਤ ਲੈਂਡਸ, ਪ੍ਰੋਵਿੰਸ਼ੀਅਲ ਗਵਰਨਮੈਂਟ, ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਦਰਿਆਵਾਂ ਦੇ ਕੰਢਿਆਂ ਤੇ ਪਈਆਂ ਨੇ। ਉਹਦੇ 'ਚ ਉਸ ਸਰਕਾਰ ਦੇ ਆਪਣਾ ਕਾਨੂੰਨ ਹੈ ਕਿ ਜੇ 10 ਸਾਲ ਤੋਂ ਜ਼ਿਆਦਾ ਕਾਬਜ਼ ਹੈ ਕੋਈ ਵਿਅਕਤੀ, ਤਾਂ ਉਹਨੂੰ ਕਲੈਕਟਰ ਰੇਟਸ ਦੇ ਅਨੁਸਾਰ, ਜੇ ਉਹ ਗਰੀਬ ਆ, ਦਲਿਤ ਆ, ਲੈਂਡਲੈਸ ਆ, ਤਾਂ ਸ਼ਾਇਦ 40% ਕਲੈਕਟਰ ਰੇਟ ਲਾਉਣਾ ਤੁਸੀਂ। ਜਿਹੜੀ ਕੋਈ ਜਨਰਲ ਕੈਟੇਗਰੀ ਦੇ ਲੋਕ ਨੇ ਉਹਨਾਂ ਨੂੰ 50% ਕਲੈਕਟਰ ਰੇਟ ਦਾ ਲਾ ਕੇ ਉਹਨਾਂ ਨੂੰ ਓਨਰਸ਼ਿਪ ਰਾਈਟਸ ਦੇ ਦਿਓ। ਜੇ ਪੰਜਾਬ ਸਰਕਾਰ 10 ਸਾਲ ਦੇ ਕਾਬਜ਼ ਲੋਕਾਂ ਨੂੰ, ਛੋਟੇ ਬੇਜ਼ਮੀਨੇ ਕਹਿ ਰਿਹਾ ਮੈਂ, ਲੈਟ ਮੀ ਰੀਐਮਫਸਾਈਜ਼, ਖੇਤ ਮਜ਼ਦੂਰ, ਬੇਜ਼ਮੀਨੇ, ਦਲਿਤ, ਗਰੀਬ, ਮਾਤੜ ਜਿਹੜੇ ਲੋਕ ਨੇ, ਅਗਰ 10 ਸਾਲ ਤੋਂ ਜ਼ਿਆਦਾ ਕਾਬਜ਼ ਆ, ਉਹਨਾਂ ਨੂੰ ਕਲੈਕਟਰ ਰੇਟ ਲਾ ਕੇ 50% ਆਫ ਦਾ ਕਲੈਕਟਰ ਰੇਟ ਲਾ ਕੇ ਉਹਨਾਂ ਨੂੰ ਓਨਰਸ਼ਿਪ ਦੇ ਅਧਿਕਾਰ ਦਿੱਤੇ ਜਾ ਸਕਦੇ। ਆਪਣੀ ਸਰਕਾਰ ਦੀ ਪਾਲਿਸੀ ਹੈਗੀ ਅੰਦਰ ਪਈ, ਇਫ ਯੂ ਕੈਨ ਗੈਟ ਇਟ ਆਲਸੋ, ਸੈਂਡ ਸਮਬਡੀ ਔਰ ਯੂ ਕੈਨ ਗੈਟ ਇਟ। ਉਹ ਪਾਲਿਸੀ ਜੇ ਤੁਸੀਂ ਵਿਧਾਨ ਸਭਾ 'ਚ ਇੱਕ ਅਮੈਂਡਮੈਂਟ ਲਿਆਓ, ਉਸੇ ਪਾਲਿਸੀ ਦੇ ਵਿੱਚ, ਉਸੇ ਐਕਟ ਵਿੱਚ ਇੱਕ ਪੰਚਾਇਤ ਸ਼ਬਦ ਵੀ ਐਡ ਕਰ ਦਿਓ, ਪੰਚਾਇਤ ਲੈਂਡਸ, ਤਾਂ ਕਿ ਜਿਹੜੇ ਲੋਕ ਗਰੀਬ ਨੇ ਇਹਨਾਂ ਨੂੰ ਤੁਸੀਂ ਮਾਲਕੀ ਦੇ ਅਧਿਕਾਰ ਦੇ ਸਕੋ। ਜਿਹੜੇ ਲੋਕ ਜਿਨ੍ਹਾਂ ਨੇ ਜ਼ਮੀਨਾਂ, ਹੁਣ ਕੁਝ ਲੋਕ ਇੱਦਾਂ ਨੇ, ਝਲੇੜੀ ਕਲਾਂ ਪਿੰਡ ਆ, ਸਾਡੇ ਵਕੀਲ ਸਾਹਿਬ ਮੇਰੇ ਨਾਲ ਹੁਣੇ ਜਿਹੜੇ ਬੈਠੇ ਨੇ, 2 ਸਤਬੀਰ ਵਾਲੀਆ ਜਿਹੜੇ ਐਡਵੋਕੇਟ ਨੇ ਹਾਈ ਕੋਰਟ ਦੇ, ਔਰ ਮਹਿਤਾਬ ਖਹਿਰਾ, ਚਲੋ ਮੇਰਾ ਬੇਟਾ ਹੈਗਾ, ਇਹਨਾਂ ਨੇ, ਔਰ ਹਰਿੰਦਰ ਸਿੰਘ ਈਸ਼ਰ ਤੇ ਵਿਪਨ ਕੁਮਾਰ, ਇਹਨਾਂ ਨੇ ਇੱਕ ਦਿਨ 22 ਤਾਰੀਖ ਨੂੰ ਅੰਬ ਸਾਹਿਬ ਗੁਰਦੁਆਰਾ ਐਤਵਾਰ ਵਾਲੇ ਦਿਨ ਬਕਾਇਦਾ ਕੈਂਪ ਲਾਇਆ ਸੀਗਾ। ਤਾਂ ਇਹਨਾਂ ਕੋਲ ਤਕਰੀਬਨ 300 ਵੱਡੀਆਂ ਅਰਜ਼ੀਆਂ ਆਈਆਂ ਨੇ। ਇੱਕ ਝਲੇੜੀ ਕਲਾਂ ਪਿੰਡ ਆ, ਉਸ ਫਤਿਹਗੜ੍ਹ ਸਾਹਿਬ 'ਚ ਆ, ਉਹ 1904 ਦੇ ਜ਼ਮੀਨ ਵਾਹੁੰਦੇ ਨੇ। ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਵਾਹੁੰਦੇ? ਉਹਨੂੰ 115 ਸਾਲ ਜੀ, 120 ਸਾਲ ਹੋ ਚੱਲੇ ਨੇ। ਹੁਣ 120 ਸਾਲ ਪੁਰਾਣੀ ਜ਼ਮੀਨ ਵੀ ਪੰਚਾਇਤ ਮਿਨਿਸਟਰ ਜਾਂਦੇ ਨੇ, ਸਾਰਾ ਪਿੰਡ ਅੰਦਰ ਬੰਦ ਕਰ ਦਿੰਦੇ ਨੇ। ਉਹ ਤਾਂ ਜ਼ਿਆਦਾ ਕਹਿੰਦੇ ਨੇ, ਉਹ ਤਾਂ 2500 ਪੁਲਿਸ ਕਹਿੰਦੇ, ਮੈਂ ਮੰਨਦਾ ਨਹੀਂਗਾ, ਮੈਂ ਸਮਝਦਾ ਕਿ 200-300 ਪੁਲਿਸ ਵਾਲਾ ਵੀ ਲਾ ਕੇ ਪਿੰਡ ਨੂੰ ਬੰਦ ਕਰਤਾ ਅੰਦਰ, ਤੇ ਧੱਕੇ ਨਾਲ ਟਰੈਕਟਰ ਵਾਹਤੇ। ਕੋਈ ਸੁਣਵਾਈ ਨਹੀਂ, ਕੋਈ ਦਵਾਈ ਨਹੀਂ। ਠੀਕ ਹੈ, ਉਹ ਭਾਵੇਂ ਕੇਸ ਹਾਰੇ ਹੋਣ, ਸਟਿਲ ਦੇ ਹੈਵ ਟੂ ਬੀ ਹਰਡ। ਦੀ ਕਲੈਕਟਰ ਹੈਜ਼ ਟੂ ਗਿਵ ਦਮ ਅ ਨੋਟਿਸ, ਡਿਊ ਨੋਟਿਸ, ਕਿਆ ਨੋਟਿਸ ਅਸੀਂ ਦਖਲ ਲੈਣ ਆ ਰਹੇ ਆ। ਇਸ ਤਰ੍ਹਾਂ ਨਾਲ ਸਾਰੇ ਪੰਜਾਬ ਦੇ ਵਿੱਚ ਇੱਕ ਹਾਹਾਕਾਰ ਮੱਚੀ ਆ। ਔਰ ਜੇ ਸਰਕਾਰ ਚਾਹਵੇ ਉਹਨਾਂ ਗਰੀਬਾਂ ਨੂੰ ਮਾਲਕੀ ਦੇ ਅਧਿਕਾਰ ਦੇ ਸਕਦੀ ਆ। ਅਮੈਂਡਮੈਂਟ ਲੈ ਆਉਣ, ਅਸੀਂ ਬਤੌਰ ਆਪੋਜੀਸ਼ਨ ਉਹਦੀ ਸਪੋਰਟ ਕਰਾਂਗੇ, ਤੇ ਵੱਡਿਆਂ ਤੋਂ ਜ਼ਮੀਨਾਂ ਛਡਾਓ, ਅਸੀਂ ਉਹਦੇ 'ਚ ਵੀ ਤੁਹਾਡੀ 100% ਸਪੋਰਟ ਕਰਾਂਗੇ। ਔਰ ਇਸ ਜਿਹੜਾ ਕੈਂਪ ਲੱਗਿਆ ਸੀ, ਸਾਡੇ ਵਕੀਲ ਸਾਹਿਬਾਨ ਨੇ ਲਾਇਆ, ਇਹਦੇ 'ਚ ਤੁਹਾਨੂੰ ਅਸੀਂ ਈਮੇਲ ਕਰ ਦੂੰਗਾ, ਸਾਰੀ ਡਿਟੇਲਸ ਨੇ ਇਹਦੇ 'ਚ। ਬਹੁਤ ਸਾਰੇ ਥੋੜਾ ਤੁਹਾਨੂੰ ਵਕੀਲ ਸਾਹਿਬ ਬਾਅਦ ਦੱਸਦੇ ਨੇ, ਬਹੁਤ ਸਾਰੇ ਕੇਸਿਸ ਇੱਦਾਂ ਨੇ ਜਿਹ ਹਾਈ ਕੋਰਟ ਨੇ ਸਟੇ ਕੀਤਾ ਹੋਇਆ ਵਾ, ਡਿਸਪਾਈਟ ਦੈਟ ਜਾ ਕੇ ਵਾਹ ਦਿੱਤੀ ਆ ਪੁਲਿਸ ਨਾਲ ਲਿਜਾ ਕੇ। ਬਹੁਤ ਸਾਰੇ ਕੇਸਿਸ ਆ ਜਿਹਦੇ 'ਚ ਉਹਨਾਂ ਨੇ ਬਕਾਇਦਾ ਲੀਜ਼ ਆਪਣੀ ਅਮਾਊਂਟ ਪੂਰੀ ਭਰੀ ਹੋਈ ਆ, ਉਹ ਫਿਰ ਵੀ ਵਾਹ ਦਿੱਤੇ ਨੇ। ਬਹੁਤ ਸਾਰੇ ਕੇਸਿਸ ਇੱਥੇ ਜਿਹੜੇ ਵੈਸੇ ਸਬ ਜੁਡਿਸ ਐਟ ਦ ਲੋਅਰ ਲੈਵਲ, DDPO ਦੇ ਚੱਲਦਾ, ਕਲੈਕਟਰ ਦੇ ਕੇਸ ਚੱਲਦਾ, ਫਿਰ ਵੀ ਵਾਹ ਦਿੱਤੀ ਆ, ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ। ਵੱਡਾ ਮੰਨਾਂਗੇ ਜਿੱਦਣ ਤੁਸੀਂ ਮੋਹਾਲੀ ਦੇ ਵਿੱਚ ਬੈਠੇ ਵੱਡੇ ਬੰਦਿਆਂ ਤੋਂ, ਔਰ ਵੱਡੇ ਬੰਦੇ, ਲੈਟ ਮੀ ਟੈਲ ਯੂ ਔਨ ਦ ਕੈਮਰਾ, ਜਿੰਨੇ ਆਫਸਰਸ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਵਿੱਚ ਤਾਇਨਾਤ ਨੇ, ਚੰਡੀਗੜ੍ਹ ਪੱਧਰ ਤੇ ਸਕੱਤਰ ਔਰ IAS ਆਫਸਰਸ, ਪ੍ਰਿੰਸੀਪਲ ਸੈਕਟਰੀਜ਼, ਸਾਰਿਆਂ ਦੀ ਜ਼ਮੀਨਾਂ ਨੇ ਇੱਥੇ ਇਸੇ ਸਰਕਾਰ ਵਿੱਚ ਜਿਹੜੇ ਹੁਣ ਆਫਸਰ ਲੱਗੇ ਹੋਏ ਨੇ। ਛਡਵਾਓ ਉਹਨਾਂ ਲੋਕਾਂ ਤੋਂ ਜ਼ਮੀਨ, ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੇ ਤੁਹਾਨੂੰ ਅਸੀਂ ਵਧਾਈ ਵੀ ਦੇਵਾਂਗੇ। ਲੇਕਿਨ ਜੇ ਤੁਸੀਂ ਗਲਤ ਤਰੀਕੇ ਨਾਲ ਗਰੀਬਾਂ ਤੋਂ ਜ਼ਮੀਨ ਛਡਾਓਗੇ, ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਅਸੀਂ ਕਾਨੂੰਨੀ ਕਾਰਵਾਈ ਵੀ ਜਿੰਨੀ ਸਾਡੇ ਕੋਲ ਹੋਵੇਗੀ ਉਹ ਵੀ ਕਰਾਂਗੇ, ਤੇ ਸਿਆਸੀ ਲੜਾਈ ਵੀ ਲੜਾਂਗੇ। ਮੈਂ ਆਉਣ ਵਾਲੇ ਦਿਨਾਂ 'ਚ ਜਿਹੜੇ ਪਿੰਡ 'ਚ ਧੱਕਾ ਹੋਇਆ, ਕੱਲ੍ਹ ਸਿਆਲਕਾਨਾ ਪਿੰਡ ਹੈ ਲੁਧਿਆਣੇ ਦੇ ਵਿੱਚ,
ਹਾਹਾਕਾਰ ਮਚੀ ਹੋਈ ਉੱਥੇ। ਔਰਤਾਂ ਕਹਿੰਦੀਆਂ ਅਸੀਂ ਅਸੀਂ ਸਾਨੂੰ ਮੌਤ ਮਨਜ਼ੂਰ ਆ, ਲੇਕਿਨ ਅਸੀਂ ਇੱਦਾਂ ਜ਼ਮੀਨ ਨਹੀਂ ਛੱਡਾ ਕਿਉਂਕਿ ਸਾਡੀ ਰੋਜ਼ੀ ਰੋਟੀ ਆ। ਔਰ ਇੱਥੇ ਕਹਿਣ ਜ਼ਿਕਰਯੋਗ ਹੈ ਕਿ ਜਿਹੜੇ ਗਰੀਬ ਕਿਸਾਨ ਨੇ ਅਰਨੋ ਪਿੰਡ ਦੇ, ਔਰ ਜਿਹੜਾ ਝਲੇੜੀ ਕਲਾਂ ਜ਼ਿਕਰ ਕੀਤਾ, ਭਮਾ ਕਲਾਂ ਭੈਣੀ ਸਾਹਿਬ ਦੇ ਲਾਗੇ, ਔਰ ਸਿਆਲਕਾ ਨਾ ਤੁਹਾਨੂੰ ਦੱਸਿਆ, ਸੁੰਦਰਵਾਲਾ ਪਿੰਡ ਫਿਰੋਜ਼ਪੁਰ ਦੇ ਵਿੱਚ, ਰੱਤਾ ਖੇੜਾ ਸ਼ਾਇਦ ਰੱਤਾ ਸਮਥਿੰਗ ਇਨ ਬਲਟੋਹਾ ਬਲਾਕ ਤਰਨਤਾਰਨ ਦੇ ਵਿੱਚ, ਬਹੁਤ ਸਾਰੇ ਲੋਕਾਂ ਨੇ ਜਿਹੜਾ ਇਹ ਕਿਹਾ ਕਿ ਅਸੀਂ ਮਰਨਾ ਤਾਂ ਕਬੂਲ ਹੈ ਲੇਕਿਨ ਇੱਦਾਂ ਜ਼ਮੀਨ ਨਹੀਂ ਛੱਡਾਂਗੇ। ਤੇ ਕੀ ਪੰਜਾਬ ਸਰਕਾਰ ਲਾਅ ਐਂਡ ਆਰਡਰ ਇਸ਼ੂ ਕ੍ਰੀਏਟ ਕਰਨਾ ਚਾਹੁੰਦੀ ਹੈ? ਇਹਨਾਂ ਤੋਂ ਪਹਿਲਾਂ ਨਹੀਂ ਹੈਂਡਲ ਹੋ ਰਿਹਾ ਸਾਰਾ ਕੁਝ। ਇਸ ਲਈ ਸਾਨੂੰ ਸਰਕਾਰ ਨੂੰ ਮੇਰੀ ਅਪੀਲ ਹੈ, ਬੜੀ ਹੰਬਲ ਅਪੀਲ ਹੈ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਕਰਜ਼ਾ ਵੀ ਲਾਵੇ, ਆਮਦਨ ਵੀ ਹੋਵੇ, ਜ਼ਮੀਨਾਂ ਵੀ ਛੁੱਟਣ, ਪਰ ਗਰੀਬਾਂ ਨੂੰ ਤੁਸੀਂ ਨੀਤੀ ਬਣਾ ਕੇ ਉਹਨਾਂ ਨੂੰ ਮਾਲਕੀ ਦੇ ਅਧਿਕਾਰ ਦਿਓ। ਉਹ ਉੱਥੋਂ ਵੀ ਕਮਾਈ ਹੋਊਗੀ ਜਿਹੜੀ ਕਿ ਹੁਣ ਤੁਸੀਂ ਜੇ ਕਿਸੇ ਨੂੰ ਕਲੈਕਟਰ ਰੇਟ ਲਾ ਕੇ ਵੀ ਤੁਸੀਂ ਕਿਸੇ ਨੂੰ ਮਾਲਕੀ ਦੇ ਅਧਿਕਾਰ ਦਿੰਦੇ, ਉਹਦੇ 'ਚ ਹੀ ਸਰਕਾਰੀ ਖਜ਼ਾਨੇ ਵਿੱਚ ਪੈਸੇ ਆਉਣਗੇ। ਔਰ ਅਗਰ ਰੱਤਾ ਖੇੜਾ ਆ ਕੋਈ ਪਿੰਡ ਆ ਬਲਟੋਏ ਦਾ, ਉੱਥੇ ਤਾਂ ਇੱਕ ਹੋਰ ਗੱਲ ਹੋਈ ਆ ਕਿ ਵੀਡੀਓ ਨੇ ਬੋਲੀ ਰੱਖੀ, ਵੀਡੀਓ ਇਜ਼ ਔਨ ਦਾ ਸੋਸ਼ਲ ਮੀਡੀਆ। ਉਹਨਾਂ ਨੇ 7 ਲੱਖ ਰੁਪਇਆ ਜਿਹੜੇ ਇੰਟਰਸਟਿਡ ਪਾਰਟੀਜ਼ ਉਹਨਾਂ ਨੇ ਟੇਬਲ ਤੇ ਕੈਸ਼ ਰੱਖਿਆ ਕਿ ਅਸੀਂ ਬੋਲੀ ਦੇਣ ਵਾਸਤੇ ਆਪ 7 ਲੱਖ ਰੁਪਇਆ ਸਾਡਾ ਮਨਜ਼ੂਰ ਕਰੋ, ਅਸੀਂ ਸਭ ਤੋਂ ਹਾਈਐਸਟ ਬਿਡਰ ਸੀਗੇ। ਵੀਡੀਓ ਸਾਹਿਬ ਨੱਠ ਗਏ ਉੱਥੋਂ, ਤੇ ਬਾਅਦ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਨੇ ਕੋਈ ਪੈਸਾ ਨਹੀਂ ਜਮ੍ਹਾਂ ਕਰਾਇਆ, ਜਿਨ੍ਹਾਂ ਨੇ ਬੋਲੀ ਵੀ ਉਹਨਾਂ ਦੀ ਹਾਈਐਸਟ ਬਿਡਰ ਨਹੀਂ ਸੀਗੇ, ਉਹਨਾਂ ਨੇ ਅਗਲੇ ਦਿਨ ਜ਼ਮੀਨ ਵੀ ਵਾਹ ਲਈ ਉਹ। ਸੋ ਜਿਹੜਾ ਇਹ ਕਿਹਾ ਜਾ ਰਿਹਾ ਕਿ ਬੜੀ ਪਾਰਦਰਸ਼ਤਾ ਨਾਲ, ਬੜੀ ਇਨਸਾਫ ਪਸੰਦੀ ਨਾਲ ਪੰਚਾਇਤ ਦੀਆਂ ਜ਼ਮੀਨਾਂ ਛਡਾਈਆਂ ਜਾ ਰਹੀਆਂ, ਇਹ ਸਰਾਸਰ ਗਲਤ ਤੇ ਸਰਾਸਰ ਝੂਠ ਹੈ। ਔਰ ਮਿਨਿਸਟਰ ਨੇ ਹੁਣ ਕਬੂਲਿਆ ਵਾ ਜਾ ਕੇ, ਆਈ ਹੈਵ ਹਰਡ ਅ ਸਟੇਟਮੈਂਟ ਕੱਲ੍ਹ ਦੀ ਜਾਂ ਪਰਸੋਂ ਦੀ, ਉਹਨੂੰ ਹੁਣ ਅਹਿਸਾਸ ਹੋਇਆ ਕਿ ਨਹੀਂ ਅਸੀਂ ਗਰੀਬਾਂ ਤੋਂ ਜ਼ਮੀਨ ਨਹੀਂ ਛਡਾਵਾਂਗੇ। ਔਰ ਆਧਾਰ ਬਣਾ ਰਹੇ ਨੇ ਕਿ ਭਾਰਤੀ ਕਿਸਾਨ ਯੂਨੀਅਨ ਦੇ ਸਾਨੂੰ ਕਿਹਾ ਵਾ, ਚਲੋ ਉਹਨਾਂ ਦੇ ਕਹਿਣ 'ਤੇ ਮੰਨ ਲੈਣ। BKU ਨੂੰ ਕਿਹਾ ਕਿ 9 ਮੈਂਬਰ ਕਮੇਟੀ ਬਣਾਵਾਂਗੇ ਤੇ ਅਸੀਂ ਗਰੀਬਾਂ ਨੂੰ ਉਹਨਾਂ ਦੇ ਜ਼ਮੀਨਾਂ ਦੇ ਮਾਲਕੀ ਦੇ ਅਧਿਕਾਰ ਦੇਵਾਂਗੇ। ਉਹ 9 ਮੈਂਬਰ ਕਮੇਟੀ ਹਲੇ ਬਣਾਉਣੀ ਆ ਕਿ ਬਣ ਗਈ ਮੈਨੂੰ ਨਹੀਂ ਪਤਾ। ਤੇ ਕੱਲ੍ਹ ਤੇ ਪਰਸੋਂ ਦੇ ਵਿੱਚ 2 ਪਿੰਡਾਂ 'ਚ ਸਿਆਲਕਾਨਾ ਲੁਧਿਆਣਾ ਤੇ ਇੱਕ ਜਲਾਲਾਬਾਦ ਵਿੱਚ ਜਾ ਕੇ ਇਹੀ ਹਮਲਾ ਫਿਰ ਦੁਬਾਰਾ ਗਰੀਬਾਂ ਦੇ ਉੱਤੇ ਕੀਤਾ ਗਿਆ ਵਾ। ਸੋ ਮੇਰੀ BKU ਦੇ ਲੀਡਰਸ ਨੂੰ, ਜਿਹੜੇ ਲੋਕਾਂ ਨੇ ਇਹਨਾਂ ਨੇ ਸਮਝੌਤਾ ਕੀਤਾ ਆ, ਜੋ ਵੀ ਇਹਨਾਂ ਦੇ ਨਾਲ ਸ਼ਰਤਾਂ ਤੈਅ ਕੀਤੀਆਂ, ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਸ ਗੱਲ ਦੇ ਉੱਤੇ ਪ੍ਰੋਪਰਲੀ ਤੁਸੀਂ ਵੀ ਪਹਿਰਾ ਦਿਓ, ਔਰ ਤਾਂ ਕਿ ਗਰੀਬਾਂ ਤੋਂ ਜ਼ਮੀਨਾਂ ਜਿਹੜੀਆਂ ਇਸ ਤਰ੍ਹਾਂ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਨਾ ਛਡਾਈਆਂ ਜਾਣ। ਨਾਲ ਹੀ 1/3 ਜ਼ਮੀਨਾਂ ਦਲਿਤਾਂ ਵਾਸਤੇ ਪਿਛਲੀ ਕਾਂਗਰਸ ਸਰਕਾਰ ਨੇ ਰਿਜ਼ਰਵ ਕੀਤੀਆਂ ਸੀਗੀਆਂ ਕਿ ਉਹਨਾਂ ਦੀ ਰੋਜ਼ੀ ਰੋਟੀ ਵਾਸਤੇ ਅਗਰ ਉਹ ਕੋਈ ਕੋਆਪਰੇਟਿਵ ਸੁਸਾਇਟੀ ਬਣਾਉਂਦੇ ਆ ਜਾਂ ਇੰਡੀਵਿਜੂਅਲੀ ਬੋਲੀ ਦਿੰਦੇ ਆ ਤੇ ਦਲਿਤਾਂ ਦੇ ਵਾਸਤੇ ਰਾਖਵੀਆਂ ਰੱਖੀਆਂ ਜਾਣ। ਇਸ ਸਰਕਾਰ ਨੇ ਉਹ ਸੰਗਰੂਰ ਜ਼ਿਲ੍ਹੇ 'ਚੋਂ ਬਹੁਤ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਸਾਰਾ ਜਿਹੜਾ ਐਕਟ ਆ ਉਹ ਨੋਟੀਫਿਕੇਸ਼ਨ ਜਿਹੜੀ ਉਡਾ ਦਿੱਤੀ ਆ। ਉਹ ਵੀ ਅਸੀਂ ਚਾਹੁੰਦੇ ਹਾਂ ਕਿ 1/3 ਜ਼ਮੀਨਾਂ ਜਿਹੜੀਆਂ ਪੰਚਾਇਤ ਦੀਆਂ ਉਹ ਗਰੀਬ ਜਨਤਾ ਵਾਸਤੇ, ਦਲਿਤਾਂ ਦੇ ਵਾਸਤੇ ਜਿਹੜੀਆਂ ਰਿਜ਼ਰਵ ਕੀਤੀਆਂ ਜਾਣ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਮੈਂ ਬੇਨਤੀ ਕਰੂੰਗਾ ਸਤਬੀਰ ਵਾਲੀਆ ਜੀ ਨੂੰ ਕਿ ਉਹ ਜੋ ਕੈਂਪ ਦੀ ਗਤੀਵਿਧੀ ਹੋਈ ਸੀ ਉਸ ਦਿਨ 22 ਤਾਰੀਖ ਨੂੰ, ਸੰਖੇਪ ਤੌਰ ਤੇ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਟੈਕਨੀਕਲੀ ਥੋੜਾ ਸਮਝਾ ਦੇਣਗੇ। ਡੋਂਟ ਗੋ ਇਨਟੂ ਟੂ ਮੈਨੀ ਡਿਟੇਲਸ, ਜਸਟ ਬੇਸਿਕ ਯੂ ਕੈਨ ਸਟਾਰਟ ਸਪੀਕਿੰਗ ਅਲੋ। ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਇੱਕ ਪ੍ਰਾਈਵੇਟ ਆਧਾਰ ਤੇ, ਖਹਿਰਾ ਸਾਹਿਬ ਨੇ ਕਾਲ ਦਿੱਤੀ ਤੇ ਪ੍ਰਾਈਵੇਟ ਆਧਾਰ ਤੇ ਅਸੀਂ ਸਭ ਨੂੰ ਇਨਵਾਈਟ ਕੀਤਾ। ਥੋੜੇ ਸਮੇਂ 'ਚ ਹੀ ਕਈ 100 ਲੋਕ ਉੱਥੇ ਪਹੁੰਚੇ। ਤਕਰੀਬਨ 300 ਦੇ ਉੱਪਰ ਐਪਲੀਕੇਸ਼ਨਸ ਆਈਆਂ, ਜਿਹੜੀਆਂ ਹਾਲੇ ਅਸੀਂ ਕੁਝ ਫਾਈਲਾਂ ਜਿਹੜੀ ਤੁਹਾਡੇ ਕੋਲ ਹੱਥ 'ਚ ਡਿਟੇਲ ਹੈਗੀ ਹੈ, ਇਹ ਕੁਝ ਫਾਈਲਾਂ ਹੀ ਨੇ ਇਹ ਜਿਹੜੀਆਂ ਹੁਣ ਤੱਕ ਅਸੀਂ ਦੇਖ ਸਕੇ ਹਾਂ। ਇਸ ਨੰਬਰ ਆਫ ਕੇਸਿਸ ਜਿਹੜੇ ਐਸੇ ਨੇ ਜਿਨ੍ਹਾਂ 'ਚ ਸਟੇ ਹੋਈ ਹੈ, ਕੋਰਟ 'ਚ ਕੇਸ ਚੱਲ ਰਹੇ ਨੇ। ਜਿਵੇਂ ਖਹਿਰਾ ਸਾਹਿਬ ਨੇ ਵੀ ਦੱਸਿਆ, ਜੇ ਆਪਾਂ ਝਲੇੜੀ ਕਲਾਂ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਇੱਕ ਮੈਂ ਹੋਰ ਥੋੜੀ ਤੁਹਾਨੂੰ ਚੀਜ਼ ਦਿਖਾਉਣਾ ਚਾਹੁੰਦਾ ਹਾਂ। ਇੱਕ ਅਰਵਿੰਦ ਕੇਜਰੀਵਾਲ ਜੀ ਨੇ ਟਵੀਟ ਕੀਤਾ, ਤੁਸੀਂ ਪੜ੍ਹਿਆ ਹੋਣਾ, कि मैं पढ़ देना, ये ईमानदार राजनीति कट्टर ईमानदार सरकार बनने का नतीजा, पंजाब के लोगों के साथ मिलकर भू माफियाओं से सरकारी ज़मीन अब वापस ली जा रही है। फ़र्क सिर्फ इतना है कि सरकार अब माफियाओं के साथ नहीं बल्कि पंजाब के लोगों के साथ खड़ी है। हुण मेरा सीधा सवाल मुख्यमंत्री साहब अरविंद केजरीवाल जी, क्योंकि पंजाब के मुख्यमंत्री उन्होंने मन्निया जाता अजकल, तो भगवंत मान साहब नूं है कि ਜਿਹੜੇ ਸਾਡੇ ਕੋਲ ਲੋਕ ਆਏ ਸੀਗੇ, ਕਿਸੇ ਕੋਲ 2 ਕਿੱਲੇ ਸੀਗੇ, ਕਿਸੇ ਕੋਲ 1.5 ਕਿੱਲਾ ਸੀਗਾ, ਕਿਸੇ ਕੋਲ ਅੱਧਾ ਕਿੱਲਾ ਸੀਗਾ, ਬਹੁਤ ਘੱਟ ਲੋਕ ਸੀ ਜਿਨ੍ਹਾਂ ਕੋਲ 10-12 ਕਿੱਲੇ ਸੀਗੇ। ਨੰਬਰ ਆਫ ਪੇਜਿਸ ਜਿਹੜੇ ਹੈਗੇ ਆ, 7-8 ਪੇਜਾਂ ਦੀ ਰਿਪੋਰਟ ਹੈ ਇਹ। ਕੀ ਇਹ ਭੂ ਮਾਫੀਆ ਨੇ?
ਕੀ ਇਹ ਤੁਹਾਨੂੰ ਸਰਕਾਰੀ ਜ਼ਮੀਨਾਂ ਦੱਬਣ ਵਾਲੇ ਲੱਗਦੇ ਨੇ? ਜਿਵੇਂ ਖਹਿਰਾ ਸਾਹਿਬ ਨੇ ਕਿਹਾ ਕਿ ਜਿਹੜਾ ਇੱਕ ਆਲਰੇਡੀ ਐਕਟ ਬਣਿਆ ਹੋਇਆ ਹੈਗਾ, ਦ ਅਲੋਟਮੈਂਟ ਆਫ ਪੰਜਾਬ ਸਟੇਟ ਗਵਰਨਮੈਂਟ ਲੈਂਡ ਐਕਟ 2020, ਕੀ ਇਹਨਾਂ ਨੂੰ ਉਹਦੇ ਤਹਿਤ ਨਹੀਂ ਲੈ ਕੇ ਆਉਂਦਾ ਜਾ ਸਕਦਾ ਸੀਗਾ? ਇਵੇਂ ਹੀ ਝਲੇੜੀ ਕਲਾਂ 'ਚ ਜੋ ਕਿਸਾਨ ਆਗੂ ਸਾਡੇ 9 ਮੈਂਬਰੀ ਕਮੇਟੀ ਬਣੀ ਹੈ, ਉਹਨਾਂ ਨੂੰ ਵੀ ਮੈਨੂੰ ਲੱਗਦਾ ਸਰਕਾਰ ਨੇ ਗੁੰਮਰਾਹ ਕੀਤਾ ਹੈ। ਉਹਨਾਂ ਨੂੰ ਵੀ ਵਿਜੀਲੈਂਟ ਰਹਿਣ ਦੀ ਲੋੜ ਹੈ, ਉਹਨਾਂ ਨੂੰ ਵੀ ਸਤਰਕ ਰਹਿਣ ਦੀ ਲੋੜ ਹੈ ਕਿ ਉਹਨਾਂ ਨੂੰ ਗੁੰਮਰਾਹ ਕਰਕੇ ਸਰਕਾਰ ਪਰਦੇ ਪਿੱਛੇ ਕੰਮ ਕਰ ਰਹੀ ਹੈ। ਜਦੋਂ ਕਿਸਾਨ ਆਗੂ 417 ਕਿੱਲੇ ਝੰਡੇੜੀ ਕਲਾਂ ਦੀ ਗੱਲ ਉੱਥੇ ਫਾਈਲ ਸਰਕਾਰ ਕੋਲ ਲੈ ਕੇ ਉਹਨਾਂ ਨਾਲ ਗੱਲ ਕਰ ਰਹੇ ਸੀਗੇ, ਉਸੇ ਸਮੇਂ ਉੱਥੇ BDPO ਤੇ ਸਰਕਾਰੀ ਅਮਲਾ ਉਸ ਪਿੰਡ 'ਚ ਜਾ ਕੇ ਬੋਲੀ ਵਾਸਤੇ ਖੜਾ ਸੀਗਾ 417 ਕਿੱਲੇ ਦੀ। ਸਭ ਤੋਂ ਹੈਰਤ ਦੀ ਗੱਲ ਹੈ ਕਿ 68 ਕਿੱਲੇ ਦਾ ਨੋਟਿਸ ਆਇਆ ਤੇ 417 ਕਿੱਲੇ ਪੂਰਾ ਪਿੰਡ ਬੰਦੀ ਬਣਾ ਕੇ ਵਾਹ ਦਿੱਤਾ ਗਿਆ। ਉਹ ਤਾਂ ਕੁਦਰਤੀ ਪਿੰਡ ਵਾਲਿਆਂ ਦੀ ਸਮਝਦਾਰੀ ਰਹੀ, ਕੋਈ ਪਿੰਡ ਵਾਲਾ ਬੋਲੀ 'ਚ ਨਹੀਂ ਗਿਆ, ਸਰਪੰਚ ਬੋਲੀ 'ਚ ਨਹੀਂ ਗਿਆ, ਤਾਂ ਉਹਨਾਂ ਨੂੰ ਉਹੀ ਪੁੱਠੇ ਪੈਰ ਮੁੜਨਾ ਪੈ ਗਿਆ। ਇੱਕ ਹੋਰ ਜ਼ਮੀਨ ਪਟਿਆਲੇ ਦੀ ਕੋਰਟ ਤੋਂ ਸਟੇ ਹੋਇਆ 68 ਕਨਾਲ ਜ਼ਮੀਨ ਵਾਹ ਦਿੱਤੀ ਗਈ। ਇੱਕ ਖਰੜ ਦੀ ਜ਼ਮੀਨ ਸਟੇ ਹੋਇਆ ਜ਼ਮੀਨ ਵਾਹਤੀ, ਉਹ ਕੈਂਪ 'ਚ ਆਏ ਸੀਗੇ, ਉਹਨਾਂ ਨੂੰ ਫਿਰ ਐਡਵਾਈਜ਼ ਕੀਤਾ ਤੇ ਕੱਲ ਉਹਨੇ ਕੰਟੈਂਪਟ ਪਟੀਸ਼ਨ ਜਿਹੜੀ ਆ ਫਾਈਲ ਕਰਤੀ ਖਰੜ ਕੋਰਟ 'ਚ ਸਰਕਾਰੀ ਅਮਲੇ ਖਿਲਾਫ ਕਿ ਸਾਡੀ ਜ਼ਮੀਨ ਸਟੇ ਹੋਣ ਦੇ ਬਾਵਜੂਦ ਵਾਹੀ ਗਈ ਹੈ। ਇਹੀ ਸਾਡੀ ਬੇਨਤੀ ਲੋਕਾਂ ਨੂੰ ਹੋਏਗੀ ਜਿਨ੍ਹਾਂ ਦੀ ਸਟੇ ਹੈਗੀਆਂ ਨੇ, ਉਹਨਾਂ ਜ਼ਮੀਨਾਂ ਵਾਹੀਆਂ ਗਈਆਂ ਨੇ, ਤੇ ਉਹ ਕੰਟੈਂਪਟ ਪਟੀਸ਼ਨਾਂ ਜ਼ਰੂਰ ਫਾਈਲ ਕਰਨ। ਇਵੇਂ ਇੱਕ ਜ਼ਮੀਨ ਸੀਗੀ ਜਿਹੜੀ ਵਾਹ ਵੀ ਦਿੱਤੀ ਗਈ, ਸਟੇ ਹੋਈ ਹੈ, ਵਾਹ ਵੀ ਦਿੱਤੀ ਗਈ ਤਾਂ ਉਹਦੀ ਬੋਲੀ ਵੀ ਕਰ ਦਿੱਤੀ ਗਈ। ਹਾਈ ਕੋਰਟ 'ਚ ਕੇਸ ਪੈਂਡਿੰਗ ਹੈ, ਸਟੇ ਹੋਇਆ ਵਾਹ ਤੇ ਬੋਲੀ ਕਰ ਦਿੱਤੀ ਗਈ। ਦੇਖੋ ਬੜਾ ਹੀ ਜਿਵੇਂ ਕਿਸਾਨ ਜਥੇਬੰਦੀਆਂ ਨੂੰ ਅਗਾਹ ਕਰਨ ਦੀ ਲੋੜ ਹੈ, ਦੱਸਣ ਦੀ ਲੋੜ ਹੈ। ਮੈਂ ਪ੍ਰੈਸ ਕਾਨਫਰੰਸ ਸੁਣੀ ਕਿਸਾਨ ਜਥੇਬੰਦੀਆਂ ਦੀ, ਜਿਸ 'ਚ ਉਹਨਾਂ ਨੇ ਕਿਹਾ ਕਿ ਹੁਣ 9 ਮੈਂਬਰੀ ਕਮੇਟੀ ਬਣ ਗਈ, ਅੱਜ ਤੋਂ ਬਾਅਦ ਸਰਕਾਰ ਜ਼ਮੀਨ ਨਹੀਂ ਵਾਹੇਗੀ। 8000 ਏਕੜ ਜ਼ਮੀਨ ਦਾ ਸਾਡੇ ਕੋਲ ਖਾਕਾ ਸਰਕਾਰ ਦੇਗੀ, ਅਸੀਂ ਇਹਨੂੰ ਵੈਰੀਫਾਈ ਕਰਾਂਗੇ, ਅਸੀਂ ਆਇਡੈਂਟੀਫਾਈ ਕਰਾਂਗੇ ਕਿ ਕਿਹੜੇ ਕਿਸਾਨ ਨੇ ਜਿਹਨਾਂ ਜ਼ਮੀਨ ਨਹੀਂ ਵਾਹਣੀ। ਪਰ 2 ਦਿਨਾਂ ਦੇ ਵਿੱਚ ਕਮੇਟੀ ਬਣਨ ਤੋਂ ਬਾਅਦ 2 ਦਿਨਾਂ ਦੇ ਵਿੱਚ 23 ਤਰੀਕ ਨੂੰ ਵਿਲੇਜ ਚੁੱਗਾ ਫਿਰੋਜ਼ਪੁਰ 5 ਕਿੱਲੇ ਜ਼ਮੀਨ ਵਾਹਣ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਨਾਲ ਝੜਪ ਹੋਈ। ਉਸ ਤੋਂ ਬਾਅਦ ਝੰਡੇੜੀ ਕਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ, ਉੱਥੇ BDP ਪਹੁੰਚ ਗਿਆ। ਹਰੀਕੇ 'ਚ 25 ਕਿੱਲੇ, ਕਿਉਂਕਿ ਉਹ ਆਏ ਸੀਗੇ ਸਾਡੇ ਕੋਲ, ਅਸੀਂ ਉਹਨਾਂ ਨੂੰ ਸਲਾਹ ਦਿੱਤੀ ਕਿ ਜਿਹੜੇ ਸਟੇ ਆ ਉੱਥੇ ਅੜੋ ਤੁਸੀਂ। 25 ਕਿੱਲੇ ਸਟੇ ਵਾਲੇ ਛੱਡ ਕੇ 112 ਕਿੱਲੇ ਜਿੱਥੇ ਟਰਾਂਸਪੋਰਟ ਮੰਤਰੀ ਤੁਸੀਂ ਦੇਖਿਆ ਹੋਊਗਾ ਜ਼ਮੀਨ ਵਾਹਣ ਗਏ ਸੀਗੇ, ਤੇ ਉੱਥੇ 99 ਕਿੱਲੇ ਦੀ ਬੋਲੀ ਕੱਲ ਕਰ ਦਿੱਤੀ ਗਈ ਹੈ। ਉੱਥੇ ਵੀ 2-2 3-3 ਕਿੱਲਿਆਂ ਵਾਲੇ ਕਿਸਾਨ ਨੇ, ਸਾਰੇ ਪਿੰਡ ਦੀ ਜ਼ਮੀਨ ਹੈ। 24 ਤਰੀਕ ਨੂੰ ਫਿਰ ਆ ਜਾਓ ਜਲਾਲਾਬਾਦ ਦੀ ਜ਼ਮੀਨ। ਕੱਲ ਪੰਚਾਇਤ ਮੰਤਰੀ ਸਾਹਿਬ 9 ਮੈਂਬਰੀ ਕਮੇਟੀ ਦੀ ਉਲੰਘਣਾ ਕਰਦੇ ਹੋਏ ਖੁਦ ਜਾ ਕੇ ਜਲਾਲਾਬਾਦ 25 ਕਿੱਲੇ ਜ਼ਮੀਨ ਕੱਲ ਫੇਰ ਆਪਣੀ ਵਾਹ ਕੇ ਆਏ ਨੇ। ਤੇ ਉਸ ਤੋਂ ਬਾਅਦ ਮਾਨਕਪੁਰਾ ਨੰਗਲ 'ਚ 45 ਏਕੜ ਕੱਲ ਜ਼ਮੀਨ ਵਾਹੀ ਗਈ। ਸਿਆਲਖਾ ਲੁਧਿਆਣਾ 'ਚ ਖਹਿਰਾ ਸਾਹਿਬ ਨੇ ਦੱਸਿਆ ਉੱਥੇ ਵੀ ਜ਼ਮੀਨ ਵਾਹੀ ਗਈ। ਹੁਣ ਇਹ 9 ਮੈਂਬਰੀ ਕਮੇਟੀ ਦੀ ਅਹਿਮੀਅਤ ਕੀ ਰਹਿ ਗਈ? ਇਹ ਸਾਡੀ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਪੁੱਛਣ ਕਿ ਇਹ 9 ਮੈਂਬਰੀ ਕਮੇਟੀ ਦੀ ਅਹਿਮੀਅਤ ਕੀ ਹੈ। ਜੇ ਸਰਕਾਰ ਨੇ ਤਾਂ ਆਪਣਾ ਕਾਰਜਕ੍ਰਮ ਸ਼ੁਰੂ ਰੱਖਿਆ ਹੋਇਆ ਹੈ, ਸਰਕਾਰ ਨੇ ਤਾਂ ਆਪਣਾ ਕੰਮ ਤੋਰਿਆ ਹੋਇਆ ਹੈ, ਕਦੋਂ ਉਹ 9 ਮੈਂਬਰੀ ਕਮੇਟੀ ਦੇ ਮੈਂਬਰ ਬਣਨਗੇ, ਕਦੋਂ ਵੈਰੀਫਿਕੇਸ਼ਨਾਂ ਹੋਣਗੀਆਂ, ਕਦੋਂ ਗਰੀਬਾਂ ਦੀ ਜਿਹੜੀ ਜ਼ਮੀਨਾਂ ਵਾਹੀਆਂ ਜਾ ਰਹੀਆਂ ਨੇ ਉਹ ਰੋਕੀਆਂ ਜਾਣਗੀਆਂ? ਇਹ ਸਾਡਾ ਸਵਾਲ ਜ਼ਰੂਰ ਹੈਗਾ। ਤੇ ਮੇਰੀ ਬੇਨਤੀ ਹੈ ਹੁਣ ਖਹਿਰਾ ਸਾਹਿਬ ਨੂੰ ਉਹ ਪਲੀਜ਼ ਐਕਸਪਲੇਨ ਕਰਨਗੇ। ਸੋ ਬ੍ਰੌਡਲੀ ਅਸੀਂ ਤੁਹਾਨੂੰ ਸਾਰਾ ਪੰਚਾਇਤ ਵਾਲਾ ਇਸ਼ੂ ਜਿਹੜਾ ਐਕਸਪਲੇਨ ਕਰਤਾ। ਇੱਕ ਛੋਟੀ ਜਿਹੀ ਗੱਲ ਐਡ ਕਰਨੀ ਆ, ਗੱਲ ਨੀਅਤ ਦੀ ਦੱਸਣ ਲੱਗਿਆ ਮੈਂ। ਠੀਕ ਹੈ, ਕੱਲ ਮਿਨਿਸਟਰ ਫੜ ਕੇ ਅੰਦਰ ਦੇ ਦਿੱਤਾ, ਵਾਹ ਵੀ ਹੋ ਰਹੀ ਆ, ਅਸੀਂ ਵੀ ਉਹਦਾ ਸਵਾਗਤ ਕੀਤਾ ਵਾ, ਕਿਉਂਕਿ ਚੰਗੀ ਗੱਲ ਦਾ ਸਵਾਗਤ ਕਰਨਾ ਹਰ ਅੱਛੇ ਇਨਸਾਨ ਦਾ ਫਰਜ਼ ਬਣਦਾ। ਪਰ ਇਹਦੇ ਪਿੱਛੇ ਬਹੁਤ ਕੁਝ ਛੁਪਿਆ ਵੀ ਹੈ। ਮੇਰੇ ਹਲਕੇ ਦੇ ਵਿੱਚ ਜਦ ਆਪਾਂ ਹੁਣ ਗੱਲ ਕਰ ਰਹੇ ਹਾਂ, ਇੱਕ ਰਾਪੁਰ ਰਾਈਆਂ ਪਿੰਡ ਦਾ ਨਾ ਇੱਕ ਛੋਟਾ ਜਿਹਾ ਅਧਿਕਾਰਤ ਪੰਚ ਦੀ ਚੋਣ ਹੋਣੀ, ਸਰਪੰਚ ਮਰ ਗਿਆ ਸੀਗਾ ਮੌਜੂਦਾ ਭੁਪਿੰਦਰ ਸਿੰਘ। ਉਹਦੀ ਚੋਣ ਪਹਿਲਾਂ ਰੱਖੀ ਪਿਛਲੇ ਮਹੀਨੇ ਦੇ 23 ਤਾਰੀਖ ਨੂੰ, ਤੇ ਪ੍ਰੈਸ਼ਰ ਪਾ ਕੇ ਮਿਨਿਸਟਰ ਸਾਹਿਬ ਨੇ, ਪੰਚਾਇਤ ਮਿਨਿਸਟਰ ਕਿੱਥੇ ਕਿਸ ਲੈਵਲ ਤੇ ਇੰਟਰਫੇਅਰ ਕਰ ਰਿਹਾ। ਸਾਡੇ ਕੋਲ ਉਸ ਪਿੰਡ ਵਿੱਚ ਰਾਪੁਰ ਰਾਈਆਂ ਦੇ 9 ਪੰਚਾਂ 'ਚੋਂ 6 ਪੰਚ ਨੇ, ਉੱਥੇ ਝਾੜੂ ਦਾ ਕੋਈ ਵੀ ਪੰਚ ਨਹੀਂਗਾ। ਅਕਾਲੀ ਦਲ ਦੇ ਨੇ 3 ਪੰਚ। ਅਕਾਲੀ ਦਲ ਦੀ ਮਦਦ ਕਰਨ ਵਾਸਤੇ ਇੰਨੇ ਤਰਲੋ ਮੱਛੀ ਹੋਏ ਨੇ ਧਾਲੀਵਾਲ ਸਾਹਿਬ ਕਿ ਪਹਿਲਾਂ 23 ਅਪ੍ਰੈਲ ਦੀ ਮੀਟਿੰਗ ਕੈਂਸਲ ਕਰਾਈ, ਫਿਰ 27 ਤਰੀਕ ਮੀਟਿੰਗ ਰੱਖੀ ਗਈ, ਫਿਰ 27 ਦੀ ਮੀਟਿੰਗ BDO ਨੂੰ ਗੈਰ ਹਾਜ਼ਰ ਕਰਤਾ। ਅਲਟੀਮੇਟਲੀ ਅਸੀਂ ਸਾਨੂੰ ਮਹਿਤਾਬ ਹੋਣਾ ਨੂੰ ਔਰ ਸਾਡੇ ਐਡਵੋਕੇਟਸ ਨੂੰ, ਵਾਲੀਆ ਸਾਹਿਬ ਔਰ ਈਸ਼ਰ ਜੀ ਨੇ ਹਾਈ ਕੋਰਟ ਮੂਵ ਕੀਤਾ। ਹਾਈ ਕੋਰਟ ਨੇ
ਡਾਇਰੈਕਸ਼ਨ ਦਿੱਤੀ ਆ ਤੇ ਉਸ ਕੇਸ ਨੂੰ ਆਪਣੇ ਕੋਲ ਰੱਖਿਆ ਵਾ ਕਿ ਤੁਸੀਂ 1 ਜੂਨ ਤੋਂ ਪਹਿਲਾਂ ਸਾਨੂੰ ਚੋਣ ਕਰਾ ਕੇ ਰਿਪੋਰਟ ਦਿਓ। ਫਿਰ ਇੱਕ ਨੋਟਿਸ 23 ਮਈ ਦਾ ਕੱਢਿਆ, ਫਿਰ ਉਹ 23 ਮਈ ਦੇ ਉੱਤੇ ਕਟਿੰਗ ਕਰਤੀ, ਫਿਰ ਉਹਨੂੰ 25 ਕਰਤਾ, 25 ਅੱਜ ਹੈ। ਜਾਂ ਮੈਂ ਹੁਣੇ ਮਹਿਤਾਬ ਨੂੰ ਕਿਹਾ ਸੀਗਾ ਜਾ ਕੇ ਪਤਾ ਕਰੋ ਵੀ ਇਲੈਕਸ਼ਨ ਹੋ ਗਈ, ਕਿਉਂਕਿ 11 ਵਜੇ ਦਾ ਟਾਈਮ ਸੀਗਾ, ਵੀਡੀਓ ਫਿਰ ਭਜਾ ਦਿੱਤਾ ਅੱਜ। ਮਤਲਬ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕਰ ਰਹੇ ਨੇ। ਸੋ ਦੇਰ ਆਰ ਮੈਨੀ ਇੰਸਟੈਂਸਸ ਵੇਅਰ ਦ ਗਵਰਨਮੈਂਟ ਇਜ਼ ਇੰਡਲਜਿੰਗ ਇਨ 3rd ਡਿਗਰੀ, ਜਿਹੜਾ ਘਟੀਆ ਰਾਜਨੀਤੀ ਆ, ਜਿਹੜਾ ਕਹਿੰਦੇ ਸੀ ਨਾ ਬਦਲਾਵ ਲੈ ਕੇ ਆਉਣਾ, ਉਹ ਪਿਛਲੇ 2 ਮਹੀਨਿਆਂ ਵਿੱਚ ਤੁਸੀਂ ਦੇਖਿਆ ਕਾਫੀ ਕੁਝ ਜਿਹੜਾ ਸੀਗਾ ਇਹਨਾਂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਗਿਰ ਰਿਹਾ ਸੀਗਾ। ਠੀਕ ਹੈ, ਇਹਨਾਂ ਨੇ ਆਪਣੇ ਇੱਕ ਮਿਨਿਸਟਰ ਨੂੰ ਸਕੇਪਗੋਟ ਕਹਿ ਲਓ, ਵਟ ਏਵਰ ਦੇ ਹੈਵ ਡਨ, ਹੌਲੀ ਥਿੰਗਸ ਵਿਲ ਕਮ ਆਊਟ ਆਫ ਦੈਟ ਆਲਸੋ, ਬਟ ਇਹ ਉਸ ਨੂੰ ਜਿਹੜੀਆਂ ਬਾਕੀ ਗੱਲਾਂ ਗਲਤ ਕਰ ਰਹੇ ਨੇ। ਭਗਵੰਤ ਮਾਨ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਘੱਟੋ ਘੱਟ ਪੰਚਾਇਤ ਮਿਨਿਸਟਰ ਨੂੰ ਤਾਂ ਸਮਝਾਓ ਕਿ ਇੱਕ ਪਿੰਡ ਦੀ ਅਧਿਕਾਰਤ ਪੰਚ ਦੀ ਚੋਣ ਵੀ ਹੋਣ ਦਾ ਤੁਹਾਡਾ ਮੱਦਾ ਨਹੀਂਗਾ। ਇੱਕ ਪਿੰਡ ਵੀ ਤੁਸੀਂ ਪੰਚਾਇਤ ਕੰਸੀਡ ਨਹੀਂ ਕਰ ਸਕਦੇ ਓਪੋਜੀਸ਼ਨ ਨੂੰ, ਤੇ ਫਿਰ ਤੁਸੀਂ ਬਾਕੀ ਪੰਜਾਬ ਦੇ ਵਿੱਚ ਇਨਸਾਫ ਪਸੰਦੀ ਦਾ ਰਾਜ ਕਿੱਦਾਂ ਕਰੋਗੇ। ਸੋ ਅੱਜ ਦਾ ਮੇਰੇ ਸਤਿਕਾਰਯੋਗ ਵੀਰੋ ਤੇ ਭੈਣੋ ਇਹ ਮਸਲਾ ਸੀਗਾ। ਤੁਸੀਂ ਕੋਈ ਆਪਣੀ ਗੱਲਾਂ ਕਹਿਣੀਆਂ ਪੁੱਛਣੀਆਂ ਤਾਂ ਪਲੀਜ਼, ਬਟ ਲੈਟ ਮੀ ਟੈਲ ਯੂ ਵਨ ਥਿੰਗ, ਜਿਹੜੀ ਸਾਡੀ ਮੇਨ ਇਸ਼ੂ ਆ ਪੰਚਾਇਤ ਲੈਣ ਦਾ, ਦਿਸ ਸ਼ੁੱਡ ਨਾਟ ਡਾਈ ਡਾਊਨ in one of the headlines that you would like to make out of next few questions. ਚੱਲਣ ਦੇ ਉਹਨੂੰ ਤਾਂ ਲੈ ਹੀ ਨਹੀਂ ਰਹੀ, ਆਧਾਰ ਤੇ ਨਹੀਂ ਲਿਆ। ਜਸਟਿਸ ਕੁਲਦੀਪ ਸਿੰਘ ਨੂੰ ਤਾਂ ਕਮਿਸ਼ਨ ਨੂੰ ਛੇੜਿਆ ਵੀ ਨਹੀਂਗਾ। ਔਰ ਲੈਟ ਮੀ ਟੈਲ ਯੂ, ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਗਵਰਨਮੈਂਟ ਕੋਲ ਵੀ ਪਈ ਹੈ, ਹਾਈ ਕੋਰਟ 'ਚ ਵੀ ਆ। ਤੇ ਸਿਮਿਲਰਲੀ ਜਿਹੜਾ ਸਬ ਕਮੇਟੀ ਬਣੀ ਸੀਗੀ ਚੰਦਰ ਸ਼ੇਖਰ ਦੀ ਰਿਪੋਰਟ ਇਜ਼ ਲਾਈਂਗ ਵਿਦ ਦ ਗਵਰਨਮੈਂਟ, ਉਹਨੂੰ ਛੇੜਿਆ ਨਹੀਂਗਾ। ਔਰ ਜਿਹੜਾ ਕੁਲਦੀਪ ਧਾਲੀਵਾਲ ਨੇ ਕਲੇਮ ਕੀਤਾ, ਜਦੋਂ ਤੁਸੀਂ ਪ੍ਰੈਸ ਵਾਲੇ ਪੁੱਛਦੇ ਨਾ, ਤੁਸੀਂ ਉਹ ਤੁਹਾਨੂੰ ਕਈ ਵਾਰੀ ਇੱਦਾਂ ਹੀ ਚਾਰ ਜਾਂਦੇ ਪੋਲੀਟੀਕਲ ਬੰਦੇ, ਤੁਸੀਂ ਪੁੱਛਿਆ ਜੀ ਕਿ ਤੁਸੀਂ ਤਾਕਤਵਰ ਬੰਦਿਆਂ ਨੇ, ਕਹਿੰਦਾ ਲੈ ਸਭ ਤੋਂ ਪਹਿਲਾਂ ਤਾਕਤਵਰ ਤਾਂ ਅਸੀਂ ਸ਼ੁਰੂ ਕੀਤਾ ਸੀਗਾ ਸਿਸਵਾ ਤੋਂ। ਸਿਸਵਾ ਨੋ ਸਿਸਵਾ ਡਜ਼ਨਟ ਮੀਨ ਸੁਖਬੀਰ ਬਾਦਲ ਦੀ ਜ਼ਮੀਨ ਖੋਈ ਆ। ਉਹ ਕਿਹਦੀ ਖੋਈ ਸੀਗੀ? ਕੈਪਟਨ ਬਿਕਰਮ ਪਾਹੂਵਿੰਡੀਆ। ਉਹ ਕੌਣ ਸੀਗਾ? 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਖੇਮ ਕਰਨ ਤੋਂ ਇਲੈਕਸ਼ਨ ਦਾ ਕੈਂਡੀਡੇਟ ਸੀਗਾ ਆਮ ਆਦਮੀ ਪਾਰਟੀ ਦਾ। ਉਹ 29 ਕਿੱਲੇ ਜਿਹੜੀ ਸਾਈਡ ਕਰਦੇ ਨਾ, 29 ਕਿੱਲੇ ਖੋਲੀ, 29 ਕਿੱਲੇ ਖੋਲੀ, ਉਹ ਤਾਂ ਇਹਨਾਂ ਨੇ ਆਪਣੇ ਬੰਦੇ ਤੋਂ ਛਡਾਈ ਆ। ਉਹ ਹੁਣ ਸ਼ਾਇਦ ਅਕਾਲੀ ਦਲ ਦਾ ਹੈਗਾ ਮੈਂਬਰ, ਜਾਂ ਉਹ ਅਕਾਲੀਆਂ ਦਾ ਮੈਂਬਰ ਆ ਜਾਂ ਆਮ ਆਦਮੀ ਪਾਰਟੀ ਦਾ ਮੈਂਬਰ ਆ। ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਤਾਂ ਛੇੜਿਆ ਵੀ ਨਹੀਂਗਾ। ਔਰ ਮੈਂ ਉਮੀਦ ਕਰਦਾ ਵਾਂ ਕਿ ਪਹਿਲਾਂ ਇਹ ਐਕਸ਼ਨ ਜਿਹੜਾ ਸ਼ੁੱਡ ਗੋ ਅਗੇਂਸਟ ਦ ਪਾਵਰਫੁਲ ਪੀਪਲ, ਦੈਨ ਪੂਅਰ ਪੀਪਲ ਸ਼ੁੱਡ ਬੀ ਸਪੇਅਰਡ ਆਫ ਦਿਸ brutal use of government force. ਤੁਸੀਂ ਦੇਖ ਹੀ ਰਹੇ ਹੋ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਖਬਰਾਂ ਸੁਣ ਰਹੇ ਆ, ਬਹੁਤ ਸਾਰੇ ਲੋਕਾਂ 'ਚ ਪਿੰਡਾਂ ਦੇ ਵਿੱਚ ਵਿਦਰੋਹ ਹੋ ਰਿਹਾ ਵਾ, ਲੋਕ ਸ਼ੋਰ ਮਚਾ ਰਹੇ ਆ। ਤੋ ਵਾਟ ਇਜ਼ ਆਵਰ ਕੰਟਰੀ, ਵਾਟ ਇਜ਼ ਪੰਜਾਬ ਸਟੇਟ? ਇਟਸ ਅ ਵੈਲਫੇਅਰ ਸਟੇਟ। ਅਸੀਂ ਮੁਨਾਫਾ ਕਮਾਉਣ ਵਾਸਤੇ ਨਹੀਂ ਹੈਗੇ ਕਿ ਅਸੀਂ ਜ਼ਮੀਨਾਂ ਛੁਡਾ ਕੇ ਤੇ ਆਪਣਾ ਪੈਸਾ ਜਿਹੜਾ ਕੋਈ ਹਾਂਗਕਾਂਗ ਦੀ ਸਟਾਕ ਐਕਸਚੇਂਜ ਵਿੱਚ ਲਾਉਣਾ ਜਾਂ ਕੋਈ ਬੰਬੇ ਦੀ ਸਟਾਕ ਐਕਸਚੇਂਜ ਵਿੱਚ ਇਨਵੈਸਟਮੈਂਟ ਕਰਨੀ ਹੈ। ਇਟਸ ਅ ਵੈਲਫੇਅਰ ਸਟੇਟ। ਵੈਲਫੇਅਰ ਮਤਲਬ ਕਿ ਲੋਕਾਂ ਦੀ ਭਲਾਈ ਦੇ ਵਾਸਤੇ। ਤੇ ਇਹਦੇ ਨਾਲੋਂ ਚੰਗਾ ਕੰਮ ਕੀ ਆ ਕਿ ਜਿਹੜੇ ਲੋਕ ਬਿਲਕੁਲ ਅੱਤ ਗਰੀਬ ਨੇ, ਮਾਰੇ ਹੋਏ ਨੇ, ਲਤਾੜੇ ਹੋਏ ਨੇ, ਉਹਨਾਂ ਲੋਕਾਂ ਨੂੰ ਤੁਸੀਂ ਮਾਲਕੀ ਦੇ ਅਧਿਕਾਰ ਦੇ ਦਿਓ। ਕਿੱਲਾ ਰੱਖ, ਲਿਮਿਟ ਰੱਖ ਲਓ, 2 ਕਿੱਲੇ ਰੱਖ ਲਓ, 2.5 ਕਿੱਲੇ ਰੱਖ ਲਓ, 5 ਕਿੱਲੇ ਰੱਖ ਲਓ, ਘੱਟੋ ਘੱਟ ਜ਼ਮੀਨ ਦੇ ਬਲ ਕੇ ਉਹਦੇ 'ਚੋਂ ਵੀ ਆਮਦਨ ਹੋਣੀ ਸਰਕਾਰ ਨੂੰ, ਜਿੱਥੋਂ ਕਿ ਹੁਣ ਕੋਈ ਆਮਦਨ ਨਹੀਂ, ਪਿਛਲੇ 50 60 70 ਸਾਲਾਂ 'ਚ ਕੋਈ ਆਮਦਨ ਨਹੀਂ ਉਹਨਾਂ ਨੂੰ ਹੋ ਰਹੀ। ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ, ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਨੇ ਕਿ ਕਿਉਂ ਨਹੀਂ ਬੋਲਦੇ ਆ, ਕਿਉਂ ਬੋਲਦੇ ਨੇ। ਬਟ ਮੇਰਾ ਜੋ ਫਰਜ਼ ਹੈਗਾ, ਜੋ ਮੈਨੂੰ ਲੋਕਾਂ ਦੀ ਆਵਾਜ਼ ਆਉਂਦੀ ਜ਼ਮੀਨ ਤੋਂ, ਇਹ ਮੇਰਾ ਫਰਜ਼ ਆ। ਐਂਡ ਦਿਸ ਇਜ਼ ਨਾਟ, ਮਾਈਂਡ ਯੂ, ਦਿਸ ਇਜ਼ ਨਾਟ ਅ ਪਾਰਟੀ ਵਰਕ। ਇਹ ਮੈਂ ਕਾਲ ਦਿੱਤੀ ਆ ਅਕਾਲੀਆਂ ਦੇ ਸਰਪੰਚਾਂ ਨੂੰ ਵੀ, ਆਮ ਆਦਮੀ ਪਾਰਟੀ ਦੇ ਬੰਦੇ ਇਫੈਕਟ ਹੁੰਦੇ ਉਹਨਾਂ ਨੂੰ ਵੀ ਕਾਲ ਆ, ਕਾਂਗਰਸ ਵਾਲਿਆਂ ਨੂੰ, ਕਮਿਊਨਿਸਟਾਂ ਨੂੰ, ਜਿਹੜੇ ਵੀ ਲੋਕ ਇਫੈਕਟ ਹੋ ਰਹੇ ਨੇ ਉਹ ਹੁਣ ਵੀ ਸਾਨੂੰ ਪਹੁੰਚ ਕਰ ਸਕਦੇ ਔਰ ਸਭ ਦੀ ਹਿਫਾਜ਼ਤ ਕਰਾਂਗੇ। ਮੈਂ ਆਪ ਜਾਊਂਗਾ ਪਿੰਡਾਂ 'ਚ, ਲੋਕ ਕਚਹਿਰੀ ਲਾਊਂਗਾ। ਹੁਣ ਜਿੱਦਾਂ ਮੈਂ ਯੂਆਪਾ ਦੀ ਲੜਾਈ ਲੜੀ ਸੀਗੀ ਤੇ ਪੁਲਿਸ ਨੂੰ ਨੰਗਾ ਕੀਤਾ ਸੀਗਾ, ਜਿਸ ਤਰ੍ਹਾਂ ਨਾਲ ਇਹ ਦੁਰਉਪਯੋਗ ਕਰਦੇ ਨੇ ਪੁਲਿਸ ਦਾ ਅਗੇਂਸਟ ਬਾਈ ਮਿਸਯੂਜ਼ਿੰਗ ਥੀਸ ਬਲੈਕ ਲਾਜ਼। ਸਿਮਿਲਰਲੀ ਇਸ ਵਿੱਚ ਮੈਂ ਹੁਣ ਅਗਲੇ ਘੱਟੋ ਘੱਟ ਮਹੀਨਾ ਡੇਢ ਮਹੀਨਾ ਮੈਂ ਹਰ ਪਿੰਡ ਵਿੱਚ ਵਿਜ਼ਿਟ ਕਰੂੰਗਾ ਜਿੱਥੇ ਮੈਨੂੰ ਸੱਦਿਆ ਜਾਊਗਾ, ਔਰ ਮੈਂ ਜਾ ਕੇ ਲੋਕਾਂ ਦੀ ਗੱਲ ਸੁਣ ਕੇ ਉੱਦਾਂ ਦੀ ਹਿਫਾਜ਼ਤ ਕਰਾਂਗੇ। ਜਿਹੜੇ ਕੌਣ ਮਿਨਿਸਟਰ ਨੂੰ ਤਾਂ ਬੋਲਣਾ ਨਹੀਂ ਆਉਂਦਾ ਜੀ, ਮੈਂ ਉਹਦੇ ਨਾਲ ਰਲ ਕੇ ਕਰੂੰਗਾ ਜੀ। ਹੀ ਸ਼ੁੱਡ ਲਰਨ ਟੂ ਸਪੀਕ ਫਸਟ। ਦੂਜੀ ਗੱਲ ਆ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਪਿੰਡ ਸਹਿਮਤੀ ਨਾ ਦੇ ਰਿਹਾ, ਜੀ ਸੱਦ ਕੇ ਲਵੋ।
ਬਟ ਲੈਟ ਮੀ ਟੈਲ ਯੂ ਸਹਿਮਤੀ ਵੀ ਤੁਹਾਨੂੰ ਕੈਮਰਿਆਂ ਦੇ ਨਜ਼ਰ ਆ ਰਹੀ ਆ। ਝਲੇੜੀ ਕਲਾਂ ਪਿੰਡ ਦੇ ਲੋਕਾਂ ਨੇ ਕਿਹਾ ਸਾਨੂੰ ਅੰਦਰ ਬੰਦ ਕਰ ਦਿੱਤਾ ਵਾ, ਪਰ ਮਿਨਿਸਟਰ ਸਾਹਿਬ ਕਹਿੰਦੇ ਮੈਂ ਬੜਾ ਮਸ਼ਕੂਰ ਆ, ਪਿੰਡ ਵਾਲਿਆਂ ਨੇ ਜ਼ਮੀਨ ਛੱਡ ਦਿੱਤੀ ਆ। ਸੋ ਡੋਂਟ ਗੋ ਬਾਈ ਹਿਸ ਰਿਮਾਰਕਸ। ਤੁਸੀਂ ਵੀ ਆਪਣੇ ਆਪਣੇ ਕੋਰਸਪੋਂਡੈਂਟ ਨੂੰ ਪਿੰਡ ਦੀ ਜ਼ਮੀਨ ਦੇ ਗਰਾਊਂਡ ਜ਼ੀਰੋ ਤੇ ਭੇਜ ਕੇ ਦੇਖੋ, ਤੁਹਾਨੂੰ ਅਸਲ ਰਿਪੋਰਟ ਜਿਹੜੀ ਮਿਲਦਾ। ਅਗਰ ਕੋਈ ਸਹਿਮਤੀ ਨਾਲ ਪਿੰਡ ਦੀ ਜ਼ਮੀਨ ਦਿੰਦਾ, ਜੀ ਸੱਦ ਕੇ ਦੇਣ, ਅੱਛੀ ਗੱਲ ਹੈਗੀ ਆ। ਖੋਣੀ ਨਹੀਂ ਚਾਹੀਦੀ। ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਆ ਨਜਾਇਜ਼ ਕਬਜ਼ੇ ਕੀਤੇ ਵੀ ਹੋਏ ਨੇ, ਸਰਪੰਚ ਵੀ ਤੰਗ ਨੇ ਕਿ ਨਾ ਸਾਨੂੰ ਇਹ ਠੇਕਾ ਦਿੰਦੇ ਰਹੇ ਤੇ ਕਬਜ਼ਾ ਵੀ ਨਹੀਂ ਛੱਡੇ। ਤੁਹਾਨੂੰ ਲੱਗਦਾ ਨਹੀਂ ਕੋਈ ਜ਼ਮੀਨਾਂ ਜਿਹੜੀਆਂ ਉਹ ਛਡਾਉਣੀਆਂ ਚਾਹੀਦੀਆਂ? ਬਿਲਕੁਲ ਜੀ ਫਿਰ ਤੁਸੀਂ ਗੱਲ ਨੂੰ ਸਾਰੀ ਮੈਂ ਕਥਾ ਪੜ੍ਹ ਦਿੱਤੀ ਤੇ ਫਿਰ ਤੁਸੀਂ ਆਣ ਕੇ ਪੁੱਛ ਰਹੇ ਹੋ ਲਾਸਟ ਕੁਐਸਚਨ। ਮੈਂ ਕਹਿ ਰਿਹਾ, ਰੀਇਨਫੋਰਸ ਕਰ ਰਿਹਾ ਕਿ ਜਿਹੜੇ ਨਜਾਇਜ਼ ਕਾਬਜ਼ ਨੇ, ਤਾਕਤਵਰ ਨੇ, ਧਨਾਟ ਨੇ, 10 15 20 25 50 100 ਕਿੱਲਾ ਜੱਬਿਆ, ਛਡਾਓ ਜ਼ਮੀਨਾਂ ਉਹਨਾਂ ਤੋਂ। ਪਰ ਉਹਦੀ ਵੀ ਪ੍ਰਕਿਰਿਆ ਹੁੰਦੀ ਕੋਈ। ਯੂ ਕੈਨੋਟ ਜਸਟ ਗੋ ਰਨ ਓਵਰ ਦ ਲੈਂਡ। ਯੂ ਹੈਵ ਟੂ ਫੋਲੋ ਦ ਡਿਊ ਪ੍ਰੋਸੈਸ ਆਫ ਲਾਅ। ਕਲੈਕਟਰ ਹੈਜ਼ ਟੂ ਗਿਵ them a notice, they have to be heard। ਉਹਨਾਂ ਦੀ ਸੁਣਾਈ ਹੋ ਕੇ ਉਸ ਤੋਂ ਬਾਅਦ ਲੈ ਲਓ ਤੁਸੀਂ ਜ਼ਮੀਨ। ਪਰ ਮੈਂ ਫਿਰ ਤੁਹਾਨੂੰ ਦੁਬਾਰਾ ਕਹਿ ਰਿਹਾ ਵਾਂ ਕਿ ਸਾਡਾ ਤੁਲਕ ਸਿਰਫ ਆਹ ਛੋਟੇ ਲੇਅਰ, ਜਿਹੜਾ ਪੂਰੈਸਟ ਆਫ ਦ ਪੂਅਰ ਲੇਅਰ ਹੈਗੀ ਆ ਗਰੀਬਾਂ ਦੀ, ਉਹਨਾਂ ਦੇ ਵਾਸਤੇ। ਸਰ ਜ਼ਮੀਨਾਂ ਛਡਾ ਕੇ ਕੱਲ ਸਰਕਾਰ ਕਰੂਗੀ ਕੀ? ਜੇ ਕੱਲ ਵੇਚਣਾ ਚਾਹੁੰਦੀ ਹੈ ਕਿ ਗ੍ਰਾਮ ਸਭਾ ਕਹਿ ਸਕਦੀ ਇਸ ਜ਼ਮੀਨ ਨਹੀਂ ਵੇਚਣੀ ਪਿੰਡ ਦੀ? ਨਹੀਂ ਦੇਖੋ, ਪੰਚਾਇਤ ਜਿਹੜਾ ਤਾਂ ਅਗਰ ਗਵਰਨਮੈਂਟ ਦੀ ਮਨਸ਼ਾ ਅੱਛੀ ਆ ਤਾਂ ਇਹਦੇ 'ਚੋਂ ਬਹੁਤ ਵੱਡੇ ਪੱਧਰ ਤੇ ਕਮਾਈ ਕੀਤੀ ਜਾ ਸਕਦੀ ਹੈ। ਆਈ ਕੈਨ ਸੇ ਕਿ ਜੇ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਜੇ 6 ਲੱਖ ਏਕੜ ਜ਼ਮੀਨ ਦੀ ਕੋਈ ਨੀਤੀ ਦੇ ਤਹਿਤ ਸਾਰੀ ਜ਼ਮੀਨ ਨੂੰ ਛਡਾਇਆ ਜਾਵੇ ਤਾਂ ਬਹੁਤ ਵੱਡਾ ਹਿੱਸਾ ਪੰਜਾਬ ਦੇ ਕਰਜ਼ੇ ਦਾ ਲਾਇਆ ਜਾ ਸਕਦਾ, ਬਾਈ ਵੇ ਆਫ ਲੀਜ਼ ਔਰ ਬਾਈ ਵੇ ਆਫ ਆਲਸੋ। ਲੈਟ ਮੀ ਟੈਲ, ਮੈਂ ਉਦਾਹਰਨ ਦਿੰਦਾ, ਮੋਹਾਲੀ ਵਿੱਚ ਇੱਕ ਸਕਾਈ ਸਕ੍ਰੇਪਰ ਬਿਲਡਿੰਗ ਬਣੀ ਹੋਈ ਆ 1000 ਕਰੋੜ ਰੁਪਏ ਦੀ, ਸਰਕਾਰੀ ਜ਼ਮੀਨ ਆ। ਲਵੋ ਉਹਨਾਂ ਤੋਂ 1000 ਕਰੋੜ ਰੁਪਈਆ, ਮਾਰਕੀਟ ਰੇਟ ਲੈ ਕੇ ਉਹਨਾਂ ਤੋਂ ਪੈਸੇ ਰਿਕਵਰ ਕਰੋ। ਜਿਹੜੇ ਲੋਕ ਨਹੀਂ ਛੱਡਦੇ, ਕਹਿੰਦੇ ਅਸੀਂ ਬਹੁਤ ਮਤਲਬ ਅਸੀਂ ਤਾਕਤਵਰ ਆ ਫਲਾ, ਉਹਨਾਂ ਨੂੰ ਮਾਰਕੀਟ ਵੈਲਿਊ ਦੇ ਉੱਤੇ ਕੋਸਟ ਪਾ ਕੇ ਪਲੱਸ ਆਲਸੋ ਕੀ ਕਹਿੰਦੇ ਹੁੰਦੇ ਆ, ਥੋੜੀ ਉਹਦੀ ਪੈਨਲਟੀ ਪਾ ਕੇ ਉਹਨਾਂ ਤੋਂ ਕੋਸਟ ਰਿਕਵਰ ਕਰੋ। ਬਹੁਤ ਪੈਸਾ ਕਮਾਇਆ ਜਾ ਸਕਦਾ। ਹੋਰ ਨਹੀਂ ਕੁਛ ਤਾਂ ਜਦੋਂ ਲੀਜ਼ ਤੇ ਚੜਨਗੀਆਂ ਸਾਰੀਆਂ ਜ਼ਮੀਨਾਂ ਪ੍ਰੋਪਰਲੀ ਮਾਰਕੀਟ ਵੈਲਿਊ ਤੇ ਕਮਰਸ਼ੀਅਲ ਰੇਟ ਤੇ, ਆਮਦਨ ਕਈ ਗੁਣਾ ਪੰਜਾਬ ਸਰਕਾਰ ਦੀ ਵਧੇਗੀ। ਜੇ ਸਟੇ ਕੀਤੀ ਜ਼ਮੀਨਾਂ ਦੇ ਕਬਜ਼ੇ ਲੈ ਰਹੇ ਨੇ ਫਿਰ ਕੇਸ ਦਰਜ ਹੋ ਸਕਦਾ ਮੰਤਰੀ ਸਾਹਿਬ ਦਾ? ਇਹ ਤਾਂ ਕੰਟੈਂਪਟ ਆਫ ਕੋਰਟ ਬਣਦਾ ਨਾ। ਬਹੁਤ ਸਾਰੇ ਲੋਕਾਂ ਨੇ ਕੰਟੈਂਪਟ ਆਫ ਕੋਰਟ ਆਲਰੇਡੀ ਮੂਵ ਕਰ ਦਿੱਤਾ ਵਾ ਜੀ। ਸਭ 9 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਉਹਦੇ ਸਾਹਮਣੇ ਤੁਸੀਂ ਆਪਣੀ ਗੱਲਬਾਤ ਰੱਖੋਗੇ ਕਿ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ, ਜਾਂ ਤੁਸੀਂ ਆਪਣਾ ਪੱਖ ਉਹਨਾਂ ਦੇ ਸਾਹਮਣੇ ਰੱਖੋਗੇ ਕਿ ਘੱਟੋ ਘੱਟ ਤੁਹਾਡੀ ਰਾਏ ਮੰਨ ਕੇ? ਦੇਖੋ ਜੇ ਅਸੀਂ ਉਹ ਵਿਅਕਤੀ ਆ ਜਿਹੜੇ ਸਭ ਤੋਂ ਪਹਿਲਾਂ ਆਪਣੀ ਸੈਲਫ ਰਿਸਪੈਕਟ ਰੱਖਦੇ ਆ। ਅਸੀਂ ਕਿਸੇ ਦੇ ਪਿੱਛੇ ਜਾ ਕੇ ਭੱਜ ਕੇ ਕਹਿਣਾ, ਹਾਂ ਜੇ ਮੰਗਣਗੇ ਡਾਟਾ, ਜੇ ਪੁੱਛਣਗੇ, ਅਸੀਂ ਜ਼ਰੂਰ ਉਹਨਾਂ ਨੂੰ ਦੇਵਾਂਗੇ ਔਰ ਉਹਨਾਂ ਨੂੰ ਕੋਆਪਰੇਟ ਵੀ ਕਰਾਂਗੇ। ਸੈਂਪਲ ਹੈ, ਦਿਸ ਇਜ਼ ਸੈਂਪਲ। ਇਹਦੇ ਤੇ ਇੱਕ ਤਾਂ ਅਸੀਂ ਉਹਨਾਂ ਨੂੰ, ਜਿਹੜੇ ਲੋਕ ਅਫੈਕਟਡ ਨੇ, ਉਹਨਾਂ ਨੂੰ ਅਸੀਂ ਲੀਗਲ ਗਾਈਡੈਂਸ ਤਾਂ ਦੇ ਸਕਦੇ ਨਾ। ਅਲਟੀਮੇਟਲੀ ਦੇ ਹੈਵ ਟੂ, ਇਹ ਸਾਰੇ ਕੇਸਿਸ ਕਲੱਬ ਕਰਕੇ ਕੋਈ ਪਬਲਿਕ ਇੰਟਰਸਟ ਨਹੀਂ ਕੀਤੀ ਜਾ ਸਕਦੀ। ਐਵਰੀ ਕੇਸ ਇਜ਼ ਇੰਡੀਵਿਜੂਅਲ। ਸੋ ਸਾਡੇ ਐਡਵੋਕੇਟਸ ਬੈਠੇ ਨੇ, ਜਿਹੜੇ ਗਰੀਬ ਆਦਮੀ ਨਹੀਂ ਕਰ ਸਕਦੇ ਇਹ ਲੜਨਗੇ ਕੇਸ, ਜਿਹੜੇ ਉਹ ਕਰ ਸਕਦੇ ਉਹਨਾਂ ਨੂੰ ਗਾਈਡ ਕਰਾਂਗੇ। ਦੈਟ ਇਜ਼ ਦ ਵੇ। ਹਾਂ, ਸਾਡੀ ਸਾਰੀ ਏਡ ਫ੍ਰੀ ਆਫ ਕਾਸਟ ਹੈ। ਮੈਂ ਤੁਹਾਨੂੰ ਕਿਹਾ ਕਿ ਸਬਜੈਕਟ ਟੂ ਕਰੈਕਸ਼ਨ ਹੈ। ਮੈਂ ਇੱਦਾਂ ਹੀ ਮਤਲਬ ਮੇਰੇ ਕੋਲ ਪਿੰਡ ਵਾਲਿਆਂ ਨੇ ਆਰੋਪ ਲਾਏ ਨੇ ਕਿ 120 ਕਿੱਲੇ ਜ਼ਮੀਨ ਅਗਰ ਹੈਗੀ ਆ ਤੇ ਪਹਿਲਾਂ ਕੁਲਦੀਪ ਧਾਲੀਵਾਲ ਨੂੰ ਆਪਣੇ ਮਿਨਿਸਟਰ ਤੋਂ ਛਡਾਉਣੀ ਚਾਹੀਦੀ ਹੈ। ਖਹਿਰਾ ਸਾਹਿਬ, ਤੁਸੀਂ ਇੱਕ ਟਵੀਟ ਕੀਤਾ ਉਹਨੇ ਕਿ ਛੋਟੇਪੁਰ ਵਾਂਗ ਦੁਬਾਰਾ ਇਹ ਚੀਜ਼ ਨਾ ਹੋ ਜਾਏ, ਕਿ ਤੁਸੀਂ ਕਿਹਾ ਕਿ ਜਿਹੜਾ ਸਿੰਗਲਾ ਦੀ ਆਡੀਓ ਹੈ ਉਸ ਨੂੰ ਪਬਲਿਕ ਡੋਮੇਨ ਤੇ ਲਿਆਣਾ ਜਾਣਾ ਚਾਹੀਦਾ ਹੈ। ਕਿ ਦੇਖੋ, ਮੈਂ ਜਿਹੜਾ ਕੱਲ ਇਹਨਾਂ ਨੇ ਕਾਰਵਾਈ ਕੀਤੀ ਆ ਉਹ ਕਾਬਿਲੇ ਤਾਰੀਫ ਹੈ। ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਿਹਾ ਸੀ, ਤੁਸੀਂ ਸਾਰੇ ਗਵਾਹ ਬੈਠੇ ਹੋ, ਕਿ ਜਿਹੜਾ ਕੰਮ ਚੰਗਾ ਕਰੇਗੀ ਭਗਵੰਤ ਮਾਨ ਸਰਕਾਰ, ਉਹਨੂੰ ਅਸੀਂ ਮੁਬਾਰਕਬਾਦ ਵੀ ਦਿਆਂਗੇ, ਉਹਦਾ ਸਵਾਗਤ ਵੀ ਕਰਾਂਗੇ। ਕੱਲ ਇਹਨਾਂ ਨੇ ਆਪਣੇ ਇੱਕ ਮਿਨਿਸਟਰ ਨੂੰ ਕਰਪਸ਼ਨ ਚਾਰਜਸ ਦੇ ਉੱਤੇ ਪਹਿਲਾਂ ਡਿਸਮਿਸ ਕੀਤਾ, ਫਿਰ ਅਰੈਸਟ ਕੀਤਾ। ਅਸੀਂ ਉਹਦਾ ਸਵਾਗਤ ਕੀਤਾ ਕਿ ਇਹ ਅੱਛਾ ਕਦਮ ਹੈ। ਇੱਕ ਵੱਡੇ ਪੱਧਰ ਦੇ ਉੱਤੇ ਕਰਪਸ਼ਨ ਇਨ ਹਾਈ ਪਲੇਸਿਸ ਨੂੰ ਚੈੱਕ ਕਰਨ ਵਾਸਤੇ ਅੱਛਾ ਕਦਮ ਗਿਣਿਆ ਗਿਆ ਵਾ। ਪਰ ਇਹਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਜੋ ਪਤਾ ਲੱਗਿਆ ਕਿ ਇਹਦੀ ਆਡੀਓ ਰਿਕਾਰਡਿੰਗ ਹੈ। ਵੈਸੇ ਫਰਸਟ ਥਿੰਗ, ਲੈਟ ਆਈ ਐਮ ਨਾਟ ਗੋਇੰਗ ਟੂ ਐਨੀਬਡੀਜ਼ ਡਿਫੈਂਸ ਮਾਈਂਡ ਯੂ, ਬਟ ਆਈ ਐਮ ਅ ਲਿਟਲ ਅਪੋਲਡ ਐਂਡ ਸਰਪ੍ਰਾਈਜ਼ਡ ਕਿ ਕੀ ਪੀਸੀ ਐਕਟ ਜਿਹੜਾ ਕਰਪਸ਼ਨ ਐਕਟ ਆ, ਉਹ ਸਿਰਫ ਆਡੀਓ ਰਿਕਾਰਡਿੰਗ ਤੇ ਅਰੈਸਟ ਹੋ ਸਕਦਾ ਆਦਮੀ? ਕਿਉਂਕਿ ਪੀਸੀ ਐਕਟ ਕਹਿੰਦਾ ਵਾ ਕਿ ਟ੍ਰਾਂਜੈਕਸ਼ਨ ਜ਼ਰੂਰੀ ਆ। ਜਦੋਂ ਵਿਜੀਲੈਂਸ ਬਿਊਰੋ ਕਿਸੇ ਨੂੰ ਅਰੈਸਟ ਕਰਦੀ ਆ
ਤਾਂ ਉਹ ਬਕਾਇਦਾ ਤੌਰ ਤੇ ਨੋਟ ਹੁੰਦੇ ਨੇ ਉਹਨਾਂ ਦੇ ਉੱਤੇ, ਉਹ ਸਪੈਸ਼ਲ ਉਹਨਾਂ ਦੇ ਕੋਲ ਇੱਕ ਇੰਕ ਹੁੰਦੀ ਆ, ਉਹ ਪੈਸੇ ਫੜਾਏ ਜਾਂਦੇ ਨੇ, ਫਿਰ ਹੱਥ ਧਵਾਏ ਜਾਂਦੇ ਨੇ, ਐਵੀਡੈਂਸ ਕ੍ਰੀਏਟ ਕੀਤਾ ਜਾਂਦਾ ਕਿ ਇਸ ਅਫਸਰ ਨੇ 10 ਲੱਖ ਰੁਪਈਆ ਫਲਾਣੇ ਕੰਮ ਦੇ ਵਾਸਤੇ ਰਿਸ਼ਵਤ ਲਈ ਆ। ਪਰ ਇਸ ਕੇਸ ਵਿੱਚ ਇਹ ਕਿਹਾ ਗਿਆ ਕਿ ਇੱਕ ਆਡੀਓ ਰਿਕਾਰਡਿੰਗ ਆਈ, ਮਿਨਿਸਟਰ ਨੂੰ ਸੁਣਾਈ, ਮਿਨਿਸਟਰ ਨੇ ਗੁਨਾਹ ਕਬੂਲ ਕਰ ਲਿਆ ਤੇ ਅਸੀਂ ਉਸ ਨੂੰ ਡਿਸਮਿਸ ਕਰ ਦਿੱਤਾ। ਇਹ ਤਾਂ ਹੁਣ ਇਹ ਸਰਕਾਰ ਜਾਂ ਇਹਦੀ ਪ੍ਰੋਸੀਕਿਊਸ਼ਨ ਦੱਸੇਗੀ ਕਿ ਇਸ ਕੇਸ ਨੂੰ ਕਿੱਦਾਂ ਸਸਟੇਨ ਕਰਨਗੇ, ਬਿਕੋਜ਼ ਅਲਟੀਮੇਟਲੀ ਇਨ ਦ ਕੋਰਟ ਆਫ ਲਾਅ there has to be substantial evidence of corruption to be taken and corruption to be given। ਲੇਕਿਨ ਉਹਨੂੰ ਵੀ ਪਾਸੇ ਕਰ ਦਿਓ। ਸਾਡਾ ਕਹਿਣਾ ਵਾ ਕਿ ਹੁਣ ਜੇ ਤੁਸੀਂ ਵਾਕਈ ਟਰਾਂਸਪੇਰੈਂਟਲੀ ਕਰ ਰਹੇ ਸਾਰਾ ਕੁਝ, ਅਗਰ ਟਰਾਂਸਪੇਰੈਂਟ ਤਰੀਕੇ ਨਾਲ ਮਿਨਿਸਟਰ ਦੇ ਖਿਲਾਫ ਐਕਸ਼ਨ ਹੋਇਆ ਤੇ ਆਡੀਓ ਰਿਕਾਰਡਿੰਗ ਇੱਕ ਆਧਾਰ ਬਣਾਈ, ਉਹ ਜਨਤਕ ਹੋਣੀ ਚਾਹੀਦੀ ਆ ਫਿਰ। ਕਿਉਂਕਿ ਛੋਟੇਪੁਰ ਦੇ ਖਿਲਾਫ ਵੀ ਇਹੀ ਇਲਜ਼ਾਮ ਲਾਇਆ ਸੀਗਾ 2 ਲੱਖ ਰੁਪਏ ਦਾ 2016 ਦੇ ਵਿੱਚ, ਕਿ ਛੋਟੇਪੁਰ ਨੇ 2 ਲੱਖ ਰੁਪਈਆ ਇੱਕ ਰਿਸ਼ਵਤ ਲਈ ਆ ਕਿਸੇ ਆਦਮੀ ਤੋਂ ਟਿਕਟ ਦੇ ਵਾਸਤੇ ਜਾਂ ਪਤਾ ਨਹੀਂ ਕਾਹਦੇ ਵਾਸਤੇ, ਔਰ ਸਟਿੰਗ ਸਾਡੇ ਕੋਲ ਆ। ਉਹ ਸਟਿੰਗ ਕਿਸੇ ਨੂੰ ਦਿਖਾਇਆ ਗਿਆ? ਅੱਜ ਤੇ ਪੁੱਛੋ, ਦੱਸਿਓ ਜ਼ਰਾ, ਤੁਹਾਨੂੰ ਕਿਸੇ ਨੂੰ ਸਟਿੰਗ ਦਿਖਾਇਆ? ਉਹ ਸਟਿੰਗ ਅੱਜ ਤੱਕ ਨਹੀਂ ਦਿਖਾਇਆ। ਬੰਦਾ ਰਗੜ ਦਿੱਤਾ, ਉਹਦਾ ਪੋਲੀਟੀਕਲ ਕੈਰੀਅਰ ਡੈਮੇਜ ਕੀਤਾ। ਤੇ ਕਿਤੇ ਇਹ ਕਾਰਵਾਈ ਮਹਿਜ਼ ਓਰਲ ਤਾਂ ਨਹੀਂ ਹੈ, ਕਿਉਂਕਿ ਅਫਸਰ ਤਾਂ ਇਹਨਾਂ ਦੇ ਹੀ ਨੇ। ਜਿਹੜਾ ਐਸਸੀ ਆ, ਜਿਹੜਾ ਵੀ ਕੰਪਲੇਨੈਂਟ ਹੈ ਕੋਈ ਆਦਮੀ, ਉਹ ਤਾਂ ਗਵਰਨਮੈਂਟ ਸਰਵੈਂਟ ਹੀ ਹੈ, ਉਹਦਾ ਜੋ ਸਰਕਾਰ ਕਹੂਗਾ ਤਾਂ ਬੋਲੂਗਾ। ਬਟ ਆਈ ਐਮ ਸ਼ੋਰ ਕਿ ਇਹਨਾਂ ਕੋਲ ਆਡੀਓ ਹੈਗੀ ਆ, ਤੇ ਉਹ ਆਡੀਓ ਜਿਹੜੀ ਆ ਪਬਲਿਕ ਡੋਮੇਨ 'ਚ ਆਉਣੀ ਚਾਹੀਦੀ ਆ, ਕਿਉਂਕਿ ਉਹ ਵੈਸੇ ਵੀ ਇਟ ਵਿਲ ਬੀ ਪਾਰਟ ਆਫ ਦ ਕੇਸ। ਉਹਨੂੰ ਪਬਲਿਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਹੀ ਮਾਇਨਿਆਂ ਵਿੱਚ ਭ੍ਰਿਸ਼ਟਾਚਾਰ ਜਿਹੜਾ ਉਹ ਕਿਸ ਲੈਵਲ ਤੇ ਹੋਇਆ, ਕਿਉਂਕਿ ਇਹਨਾਂ ਦੇ ਮੁਤਾਬਕ ਹੀ ਹਲੇ ਪੈਸਾ ਮੰਗਦੇ ਸੀਗੇ, ਲਿਆ ਨਹੀਂ ਸੀਗਾ। ਸੋ ਦੂਸਰਾ ਕਿ ਅਗਰ ਤੁਸੀਂ ਵਾਕਈ ਮੋਰੈਲਿਟੀ ਨੂੰ ਇੰਨਾ ਅਪਹੋਲਡ ਕਰ ਰਹੇ ਹੋ, ਇੰਨੇ ਹਾਈ ਪੈਡੈਸਟਲ ਤੇ ਰੱਖਿਆ, ਤਾਂ ਫਿਰ 3 ਬੰਦਿਆਂ ਦੇ ਖਿਲਾਫ ਵੀ ਕਾਰਵਾਈ ਹੋਰ ਬਣਦੀ ਆ। ਇੱਕ ਬਲਬੀਰ ਸਿੰਘ ਕਨਵਿਕਟ ਹੋਇਆ ਫॉर 3 ਇਅਰਸ, ਹਲੇ ਤੱਕ ਉਹਨੂੰ ਕੋਈ ਰਿਲੀਫ ਨਹੀਂ ਮਿਲੀ ਫਰੋਮ ਦੀ ਹਾਇਰ ਕੋਰਟ। ਕਿ ਉਸ ਨੂੰ ਸਸਪੈਂਡ ਕੀਤਾ ਇਹਨਾਂ ਨੇ ਪਾਰਟੀ ਚੋਂ, ਜਾਂ ਡਿਸਕੁਆਲੀਫਾਈ ਕੀਤਾ, ਜਾਂ ਉਹਨੂੰ ਡਿਸਮਿਸ ਕੀਤਾ ਫਰੋਮ ਦ ਪਾਰਟੀ? ਦੇ ਹੈਵ ਨਾਟ ਡਨ ਇਟ। ਉਹਨੂੰ ਉਹ ਪ੍ਰੋਟੈਕਟ ਕੀਤਾ ਜਾ ਰਿਹਾ ਵਾ। ਦੂਸਰਾ ਇੱਕ ਪੁੱਚੋ ਦਾ ਜਗਸੀਰ ਸਿੰਘ ਐਮਐਲਏ ਸੀਗਾ, ਉਹਦੇ ਤੇ ਲੋਕਾਂ ਨੇ, ਟਰੱਕਾਂ ਵਾਲਿਆਂ ਨੇ ਫੁੱਲ ਪਬਲਿਕ ਵਿਊ 'ਚ ਕਿਹਾ ਕਿ ਇਹਨੇ 60 ਲੱਖ ਰੁਪਇਆ ਸਾਡੇ ਤੋਂ ਮੰਗਦਾ, ਟਰੱਕ ਯੂਨੀਅਨ, ਸ਼ਾਇਦ ਪੁੱਚੋ ਟਰੱਕ ਯੂਨੀਅਨ ਤੋਂ ਜਾਂ ਮੋੜ ਟਰੱਕ ਯੂਨੀਅਨ ਤੋਂ, ਪੁੱਚੋ। ਉਹਦੇ ਖਿਲਾਫ ਕੀ ਇਨਕੁਆਇਰੀ ਹੋਈ? ਕੋਈ ਐਕਸ਼ਨ ਹੋਇਆ? ਨੋ। ਤੀਸਰਾ ਜੈ ਕਿਸ਼ਨ ਰੋੜੀ ਐਮਐਲਏ ਗੜਸ਼ੰਕਰ, ਜਗਬਾਣੀ ਅਖਬਾਰ 'ਚ ਮੈਂ ਖਬਰ ਪੜ੍ਹ ਕੇ ਉਸ ਖਬਰ ਨੂੰ ਨਾਲ ਅਟੈਚ ਕਰਕੇ ਭਗਵੰਤ ਮਾਨ ਨੂੰ ਟੈਗ ਕਰਕੇ ਟਵੀਟ ਕੀਤਾ ਕਿ ਇਸ ਐਮਐਲਏ ਤੇ ਇਲਜ਼ਾਮ ਹੈ ਕਿ ਇਹਨੇ ਇੱਕ ਮੰਡੀ ਬੋਰਡ ਦੇ ਮੁਲਾਜ਼ਮ ਦੀ ਬਦਲੀ ਵਿੱਚ 5 ਲੱਖ ਰੁਪਈਆ ਲਿਆ। ਉਹਦੇ ਖਿਲਾਫ ਕੋਈ ਜਾਂਚ ਨਹੀਂ ਹੋਈ, ਕੋਈ ਇਨਕੁਆਇਰੀ ਨਹੀਂ ਹੋਈ। ਸੋ ਕੀ ਕਰਪਸ਼ਨ ਦੇ ਖਿਲਾਫ ਐਕਸ਼ਨ ਸਿਲੈਕਟਿਵ ਹੋਵੇਗਾ, ਚੁਣਵਾ ਹੋਵੇਗਾ, ਕਿ ਇਹਨੂੰ ਰੱਖਣਾ, ਇਹਨੂੰ ਟੋਕਣਾ, ਇਹਨੂੰ ਠੋਕਣਾ, ਇਹਨੂੰ ਬਚਾਉਣਾ, ਕਿ ਇਕਸਾਰ ਹੋਵੇਗਾ? ਅਗਰ ਇਕਸਾਰ ਹੋਵੇਗਾ ਉਹਦਾ ਅਸੀਂ ਸਵਾਗਤ ਕਰਾਂਗੇ, ਲੇਕਿਨ ਜੇ ਸਿਲੈਕਟਿਵ ਹੋਵੇਗਾ ਤਾਂ ਫਿਰ ਸਰਕਾਰ ਨੂੰ ਅਸੀਂ ਘੇਰਾਂਗੇ। ਮਾਈਨਿੰਗ ਮਾਫੀਆ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਜਾ ਕੇ ਚੈੱਕ ਕਰ ਲਓ, ਰੋਪੜ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਤੇ ਪਠਾਨਕੋਟ, ਸਾਰੇ ਕ੍ਰਸ਼ਰਸ ਦੁਬਾਰਾ ਗੁੰਡਾ ਟੈਕਸ ਲੱਗ ਚੁੱਕਾ ਵਾ। ਮੇਰੇ ਕੋਲ ਪਰਚੀ ਮੈਂ ਟਵੀਟ ਕੀਤੀ, ਤੁਹਾਡੇ ਪੱਕਾ ਹੋਊਗੀ ਤੁਹਾਡੇ ਕੋਲ ਟਵੀਟ ਦੇ ਉੱਤੇ। ਸਾਡੀ ਇੱਕ ਸੈਕਟਰੀ ਆ ਲੜਕੀ, ਲੇਡੀ ਟੀਨਾ ਚੌਧਰੀ ਪਠਾਨਕੋਟ ਦੀ, ਉਹਨੇ ਸਿਰਫ ਇਹ ਗੁਨਾਹ ਕੀਤਾ ਕਿ ਗੁੰਡਾ ਟੈਕਸ ਵਾਲਿਆਂ ਦੇ ਜਾ ਕੇ ਅੱਡੇ ਤੇ ਲਾਈਵ ਕਰਤਾ ਤੇ ਗੁੰਡਾ ਟੈਕਸ ਦੀ ਪਰਚੀ ਆਪਣੇ ਹੱਥ 'ਚ ਫੜ ਕੇ ਦਿਖਾ ਦਿੱਤੀ। ਉਹਦੇ ਤੇ ਉਲਟਾ ਐਫਆਈਆਰ ਦਰਜ ਕਰਤੀ ਪੰਜਾਬ ਪੁਲਿਸ ਨੇ। ਵਿਸਲ ਬਲੋਅਰ ਤੇ ਜਿਹੜਾ ਆਦਮੀ ਆਵਾਜ਼ ਉਠਾ ਰਿਹਾ ਲੋਕਾਂ ਦੀ, ਮਾਈਨਿੰਗ ਮਾਫੀਆ ਨੂੰ ਨੰਗਾ ਕਰ ਰਿਹਾ, ਉਹਦੇ ਤੇ ਪਰਚਾ ਦਰਜ ਕਰਤਾ ਐਫਆਈਆਰ। ਕੀ ਇਹ ਇਨਸਾਫ ਪਸੰਦੀ ਦਾ ਰਾਜ ਹੈਗਾ ਜੀ? ਉਹ ਗੁੰਡਾ ਟੈਕਸ ਮੈਂ ਕਹਿਣਾ ਚਾਹੁੰਦਾ ਵਾਂ, ਜਿਹੜਾ ਪਹਿਲਾਂ ਚੱਲਦਾ ਸੀ, ਪਿਛਲੇ ਸਰਕਾਰਾਂ ਚੱਲਦਾ ਸੀਗਾ, ਉਹ ਗੁੰਡਾ ਟੈਕਸ ਦੁਬਾਰਾ ਲਾਗੂ ਹੋਣਾ ਸ਼ੁਰੂ ਹੋ ਗਿਆ। ਅਨੰਦਪੁਰ, ਰੋਪੜ, ਅਨੰਦਪੁਰ ਸਾਰੇ ਜ਼ਿਲ੍ਹੇ 'ਚ, ਹੁਸ਼ਿਆਰਪੁਰ ਤੇ ਪਠਾਨਕੋਟ। ਇਹ ਮੋਡਸ ਆਪਰੈਂਡੀ ਇਹ ਆ ਕਿ ਜਿਹੜੇ ਕ੍ਰਸ਼ਰ ਵਾਲੇ ਨੇ ਨਾ, ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਦੱਸ ਕੇ ਫਿਰ ਮੈਂ ਖਤਮ ਕਰ ਦਿੰਦਾ। ਜਿਹੜੇ ਕ੍ਰਸ਼ਰਸ ਵਾਲੇ ਨੇ ਨਾ, ਇਹਨਾਂ ਦਾ ਸੋਰਸ ਜਿਹੜਾ ਵਾ ਨਾ ਕ੍ਰਸ਼ਿੰਗ ਦਾ ਤੇ ਕੰਸਟਰਕਸ਼ਨ ਮਟੀਰੀਅਲ ਦਾ, ਉਹ ਸਿਰਫ ਤੇ ਸਿਰਫ ਜਿਹੜਾ ਕਲਸਟਰ ਹੋਲਡਰ ਆ ਮਾਈਨਿੰਗ, ਜਿਹਦੇ ਕੋਲ ਮਾਈਨਿੰਗ ਦਾ ਸਾਈਟ ਅਲਾਟ ਹੋਈ ਸਰਕਾਰ ਦੀ, ਇਹ ਉਹਦੇ ਤੋਂ ਮਾਲ ਲੈ ਸਕਦਾ ਸਿਰਫ। ਇਹ ਕਿਸੇ ਹੋਰ ਤੋਂ ਮਾਲ ਨਹੀਂ ਲੈ ਸਕਦਾ ਕ੍ਰਸ਼ਰ ਵਾਲਾ। ਦੀ ਕੈਨ ਨਾਟ ਜਸਟ ਰੈਂਡਮਲੀ ਗੋ ਕਿ ਇਧਰੋਂ ਪੁੱਟ ਲਿਆ ਦਰਿਆ 'ਚੋਂ, ਇਧਰੋਂ ਪੁੱਟ ਲਿਆ ਸੀ ਰੇਤਾ ਬਜਰੀ ਤੇ ਜਿਹੜਾ ਪੱਥਰ ਹੁੰਦਾ ਵਾ। ਇਹਨਾਂ ਨੇ ਸਿਰਫ ਉਹਨਾਂ ਤੋਂ ਲੈਣਾ ਜਿਹੜੇ, ਜਿੱਦਾਂ ਪੰਜਾਬ ਵਿੱਚ ਪਤਾ ਨਹੀਂ 9 ਕਲਸਟਰ ਸੀਗੇ, ਜਿਹਦੇ 'ਚ ਰਾਕੇਸ਼ ਚੌਧਰੀ ਜੰਮੂ ਦਾ ਉਹੀ ਠੇਕੇਦਾਰ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੇਲੇ ਇਲਜ਼ਾਮ ਲਾਉਂਦੇ ਸੀ, ਉਹੀ ਬੰਦਾ ਵਾ। ਉਹਦੀ ਪਹਿਲਾਂ ਸਸਪੈਂਡ ਕੀਤਾ ਆਪਰੇਸ਼ਨ ਥੋੜੀ ਦੇਰ ਵਾਸਤੇ,
ਹੁਣ ਰਕੇਸ਼ ਚੌਧਰੀ ਦੇ ਆਪਰੇਸ਼ਨ ਦੁਬਾਰਾ ਬਹਾਲ ਕਰਤੇ ਸਾਰੇ ਰੋਪੜ, ਤੇ ਇਹਦੇ ਨਾਲ ਹੋਰ ਵੀ ਜਿਹੜਾ ਗੈਂਗ ਹੈਗਾ ਸਾਰਾ ਉਹ ਇਹਨਾਂ ਦੇ ਕੋਲ ਹੀ ਆ। ਕ੍ਰਸ਼ਰ ਵਾਲਿਆਂ ਨੇ ਕਿਉਂਕਿ ਸੋਰਸ ਤੋਂ ਮਟੀਰੀਅਲ ਲੈਣਾ ਹੁੰਦਾ, ਉਹਨਾਂ ਤੇ ਸਰਕਾਰ ਦਾ ਡਾਇਰੈਕਟਲੀ ਦਬਾਅ ਹੁੰਦਾ ਵਾ, ਤੇ ਸਰਕਾਰ ਉਹਨਾਂ ਦਾ ਜਦੋਂ ਮਰਜ਼ੀ ਫੜ ਕੇ ਚਲਾਨ ਕਰ ਸਕਦੀ ਆ। ਤੇ ਹੋਇਆ ਕੀ ਆ ਹੁਣ ਲੇਟੈਸਟ ਕਿ ਸ਼ਾਇਦ 450 ਕ੍ਰਸ਼ਰ ਆ ਪੰਜਾਬ ਦੇ ਵਿੱਚ, ਇਹਦੇ ਚੋਂ ਘੱਟੋ ਘੱਟ ਨਹੀਂ ਤਾਂ 90% ਕ੍ਰਸ਼ਰਸ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ PPCB ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਕੱਢ ਕੇ ਇਹਨਾਂ ਦੀਆਂ ਜਿਹੜੀਆਂ ਅਪਰੂਵਲ ਸੀ ਨਾ ਪੋਲਿਊਸ਼ਨ ਕੰਟਰੋਲ ਦੀਆਂ ਸਾਰੀਆਂ ਰੱਦ ਕਰਤੀਆਂ। ਤੇ ਕਿਉਂਕਿ ਤੁਸੀਂ ਪਹਿਲਾਂ ਸਾਨੂੰ ਦੱਸੋ ਕਿ ਤੁਸੀਂ ਸੋਰਸ ਤੋਂ ਲੈ ਰਹੇ ਹੋ ਮਟੀਰੀਅਲ, ਹੁਣ ਸੋਰਸ ਤੇ ਲੈਣ ਵਾਸਤੇ ਰਕੇਸ਼ ਚੌਧਰੀ ਕੋ ਸਾਰਿਆਂ ਨੂੰ ਜਾਣਾ ਪਿਆ ਕਿ ਭਾਈ ਸਾਹਿਬ ਸਾਨੂੰ ਤੁਸੀਂ ਇੱਕ ਸਰਟੀਫਿਕੇਟ ਦੇ ਦਿਓ ਕਿ ਮਾਲ ਤੁਹਾਡੇ ਤੋਂ ਲੈ ਰਹੇ ਆ। ਰਕੇਸ਼ ਚੌਧਰੀ ਨੇ ਕਿਹਾ ਤੁਹਾਨੂੰ ਦੇ ਦਿੰਦੇ ਆ, ਪਰ ਅਨਆਫੀਸ਼ੀਅਲੀ ਹਰ ਕ੍ਰਸ਼ਰ ਵਾਲੇ ਤੋਂ ਕਿਸੇ ਤੋਂ 5 ਲੱਖ, ਕਿਸੇ ਤੋਂ 8 ਲੱਖ, ਕਿਸੇ ਤੋਂ 10 ਲੱਖ ਲਿਆ ਜਾ ਰਿਹਾ ਸਾਰੇ ਪੰਜਾਬ ਦੇ ਕ੍ਰਸ਼ਰ ਵਾਲਿਆਂ ਤੋਂ। ਤੇ ਫਿਰ ਉਹਨਾਂ ਨੂੰ ਉਹ ਕਿਆ ਇੱਕ ਸਰਟੀਫਿਕੇਟ ਲਿਖ ਕੇ ਦਿੰਦਾ, ਯੈਸ ਇਹ ਕ੍ਰਸ਼ਰ ਜਿਹੜਾ ਵਾ ਇਹ ਮਟੀਰੀਅਲ ਕੰਸਟਰਕਸ਼ਨ ਦਾ ਕ੍ਰਸ਼ਿੰਗ ਵਾਸਤੇ ਸਾਡੇ ਸੋਰਸ ਤੋਂ ਖਰੀਦਿਆ ਜਾ ਰਿਹਾ ਵਾ। ਦਿਸ ਇਜ਼ ਦਾ ਮਾਫੀਆ ਜਿਹੜਾ ਹੁਣ ਦੁਬਾਰਾ ਰੀਇੰਟਰੋਡਿਊਸ ਕਹਿ ਰਿਹਾ, ਮੈਂ ਇੰਟਰੋਡਿਊਸ ਨਹੀਂ ਕਹਿ ਰਿਹਾ, ਰੀਇੰਟਰੋਡਿਊਸ ਦੁਬਾਰਾ ਹੋ ਗਿਆ। ਐਂਡ ਗੁੰਡਾ ਟੈਕਸ ਇਜ਼ ਵੈਰੀ ਮਚ ਪ੍ਰੈਵਲੈਂਟ ਇਨ ਪੰਜਾਬ। ਜੇ ਰਕੇਸ਼ ਚੌਧਰੀ ਦੀ ਹੱਡ ਸਸਪੈਂਡ ਕੀਤੀ ਸੀ, ਉਹਦੇ 'ਚ ਇੰਨੀ ਸ਼ਕਤੀ ਨਹੀਂ ਸੀ ਕਿ 90% ਪੰਜਾਬ ਦੇ ਕ੍ਰਸ਼ਰ ਹੋਲਡਰਸ ਨੂੰ ਜਿਹੜੀਆਂ ਪੋਲਿਊਸ਼ਨ ਕੰਟਰੋਲ ਦੀਆਂ ਅਪਰੂਵਲਸ ਆ ਉਹ ਇੱਕੋ ਦਿਨ 'ਚ ਰੱਦ ਕਰਾ ਦੇਵੇ। ਤੁਸੀਂ ਆਪ ਪਲੀਜ਼ ਫਾਈਂਡ ਆਊਟ ਫਰੋਮ ਪੋਲਿਊਸ਼ਨ ਕੰਟਰੋਲ ਬੋਰਡ ਕਿ ਤੁਸੀਂ ਕਿੰਨੇ ਕ੍ਰਸ਼ਰਸ ਨੂੰ ਨੋਟਿਸ ਦਿੱਤੇ ਨੇ ਕਿ ਤੁਹਾਡੀਆਂ ਪੋਲਿਊਸ਼ਨ ਦੀਆਂ ਜਿਹੜੀਆਂ NOCs ਨੇ ਰੱਦ ਕਰ ਦਿੱਤੇ ਨੇ। ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਵਾਟ ਹੈਜ਼ ਹੈਪਨਡ। ਉਹਨਾਂ ਸਾਰਿਆਂ ਦੀਆਂ ਮੁੜ ਕੇ ਪੋਲਿਊਸ਼ਨ ਜਦੋਂ ਰਕੇਸ਼ ਚੌਧਰੀ ਪੈਸੇ ਲੈ ਲੈਂਦਾ ਗੁੰਡਾ ਟੈਕਸ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਈ ਗੁੰਡਾ ਟੈਕਸ ਅੱਗੇ ਕਿੱਥੇ ਜਾਂਦਾ, ਮੇਰੇ ਤੋਂ ਨਾ ਕਵਾਓ ਕਿਉਂਕਿ ਫਿਰ ਬਹੁਤ ਕਲਪਣਗੇ ਸਾਰੇ ਇਹ। ਉਹ ਗੁੰਡਾ ਟੈਕਸ ਕਿੱਥੇ ਜਾਂਦਾ ਵਾ, ਉਹ ਸਿੰਗਲਾ ਸਾਹਿਬ ਵਰਗੇ ਕਿਸੇ ਕੋ ਜਾਂਦਾ ਵਾ। ਤੇ ਹੁਣ ਮਾਨ ਸਾਹਿਬ ਕੋ ਜੇ ਹਿੰਮਤ ਹੈਗੀ ਤੇ ਇਹ ਵੀ ਇਨਕੁਆਇਰੀ ਕਰਾ ਲੈਣ ਚੰਗੀ ਤਰ੍ਹਾਂ ਨਾਲ, ਕਿਉਂਕਿ ਇੰਨੇ ਵੱਡੇ ਪੱਧਰ ਤੇ ਜਦੋਂ ਪੋਲਿਊਸ਼ਨ ਕਲੀਅਰੈਂਸਿਸ ਇੱਕੋ ਦਮ ਚ ਰੱਦ ਹੁੰਦੀਆਂ ਤੇ ਫਿਰ ਇੱਕੋ ਦਮ ਬਹਾਲ ਹੁੰਦੀਆਂ, ਇਹਦਾ ਮਤਲਬ ਹੈ ਕਿ ਉਧਰਲੇ ਪਾਸੇ ਗੁੰਡਾ ਟੈਕਸ ਦੀ ਅਦਾਇਗੀ ਹੋ ਚੁੱਕੀ ਤੇ ਪਰਚੀਆਂ ਸਾਹਮਣੇ ਪਬਲਿਕ ਡੋਮੇਨ 'ਚ ਆ ਚੁੱਕੀਆਂ ਨੇ। do you think Mr. arrest is just a tip of the iceberg? Pardon? Mr. arrest is a tip of the iceberg? No, I wouldn't call tip of the iceberg. ਮੈਂ कहता ਕਿ ਉਹਨਾਂ ਨੇ ਜਿਹੜਾ ਕਾਰਵਾਈ ਕੀਤੀ ਅਸੀਂ ਉਹਦਾ ਸਵਾਗਤ ਕੀਤਾ ਵਾ। ਮੈਂ ਮੁਦਈ ਹਾਂ ਕਿ irrespective of party affiliations, ਭਾਵੇਂ ਕੋਈ ਅਕਾਲੀ ਆ, ਭਾਵੇਂ ਕੋਈ ਆਮ ਆਦਮੀ, ਭਾਵੇਂ ਕੋਈ ਕਮਿਊਨਿਸਟ, ਭਾਵੇਂ ਕੋਈ ਕਾਂਗਰਸ, ਜਿਨ੍ਹਾਂ ਲੋਕਾਂ ਨੇ ਕਰਪਸ਼ਨ ਕੀਤੀ ਸਾਰੇ ਫੜ ਕੇ ਅੰਦਰ ਦੇਣੇ ਚਾਹੀਦੇ। Everybody should be brought to justice because Punjab just cannot afford this kind of corruption in today's life, ਜਿੱਥੇ 3 ਲੱਖ ਕਰੋੜ ਰੁਪਏ ਦਾ ਕਰਜ਼ਾ। ਕਹਿੰਦੇ ਸਰ ਇੱਕ ਚੀਜ਼ ਹੋਰ, ਕੱਲ ਭਗਵੰਤ ਮਾਨ ਦਾ ਜਿਹੜਾ ਵੀਡੀਓ ਆਇਆ ਉਹਦੇ ਚੋਂ ਇੱਕ ਗੱਲ ਕਹਿ ਰਹੇ ਹੈ ਕਿ ਵਿਜੇ ਸਿੰਗਲਾ ਨੇ ਆਪਣਾ ਸਾਰਾ ਜਿਹੜਾ ਉਹਨਾਂ ਤੇ ਐਲੀਗੇਸ਼ਨ ਲੱਗੇ ਉਸ ਨੂੰ ਕਬੂਲਿਆ ਹੈ, ਤੇ ਸ਼ਾਮ ਵੇਲੇ ਜਦੋਂ ਵਿਜੇ ਸਿੰਗਲਾ ਮੀਡੀਆ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਹ ਸਾਜ਼ਿਸ਼ ਹੈ, ਮੇਰੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਤਾਂ ਆਪ ਨਹੀਂ ਸਮਝ ਆ ਵੀ ਸਾਜ਼ਿਸ਼ ਕਿੱਦਾਂ ਹੋਈ, ਆਪ ਹੀ ਫੜਿਆ ਗਿਆ ਤੇ ਉਹ ਆਪ ਕਿੱਦਾਂ ਕਹਿ ਰਿਹਾ ਕਿ ਪਾਰਟੀ ਦੇ ਖਿਲਾਫ, ਉਸੇ ਪਾਰਟੀ ਨੇ ਇਹਨੂੰ ਫੜ ਕੇ ਅੰਦਰ ਦਿੱਤਾ ਵਾ। ਉਸ ਕਹਿੰਦਾ ਸਰਕਾਰ ਦੇ ਖਿਲਾਫ ਸਾਜ਼ਿਸ਼, ਉਸੇ ਸਰਕਾਰ ਨੇ ਤਾਂ ਫੜ ਕੇ ਦਿੱਤਾ। ਸਾਜ਼ਿਸ਼ ਦੀ ਥਿਊਰੀ ਤਾਂ ਉਹ ਦੱਸੂ। ਇੱਕ ਗੱਲ ਰਹਿ ਚੱਲੀ ਸੀ ਕਿਤੇ ਇੰਟਰਸਟਿੰਗ ਗੱਲ ਸੀ, ਇੱਕ ਨਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਬਿਹਾਈਂਡ ਦ ਸੀਨ 2 ਮੈਂਬਰ ਦੀ ਟੀਮ ਡਿਪਿਊਟ ਕੀਤੀ ਗਈ ਆ। ਵਿਜੇ ਨਾਇਰ, ਕਈਆਂ ਨੇ ਲਾਈਵ ਨਾ ਬੰਦ ਕਰ ਦਿਓ ਹੁਣ ਜ਼ਰਾ, ਇੱਕ ਦੀਪਕ ਬਾਲੀ, ਇਹ 2 ਬੰਦਿਆਂ ਨੂੰ 50 ਨੰਬਰ ਕੋਠੀ ਸੈਕਟਰ 2 ਜਿਹੜਾ ਚੀਫ ਮਿਨਿਸਟਰ ਦਾ ਪੂਲ ਆ, ਉਹ ਕੋਠੀ ਵਿੱਚ ਅਨਅਧਿਕਾਰਤ ਤੌਰ ਤੇ ਬਿਠਾਇਆ ਗਿਆ। ਰਾਘਵ ਚੱਡਾ ਦੀ ਟੀਮ ਹੈਗੀ ਆ, ਦਿੱਲੀ ਦੇ ਬੰਦੇ ਨੇ, ਔਰ ਇਹਨਾਂ ਦਾ ਕੰਮ ਹੈਗਾ ਟੂ ਫਾਈਂਡ ਕਿ ਲਿਊਕਰੇਟਿਵ ਬਿਜ਼ਨਸ ਹਾਊਸਿਸ ਕਿਹੜੇ ਪੰਜਾਬ ਦੇ ਵਿੱਚ, ਵੱਡੇ ਆਦਮੀ ਜਿਨ੍ਹਾਂ ਦੀ 500-700 1000 2000 ਕਰੋੜ ਰੁਪਈਆ ਕਮਾਈ ਆ ਸਾਲ ਦੀ, ਇਹ ਉਹਨਾਂ ਨੂੰ ਟੈਪ ਕਰ ਰਹੇ ਨੇ ਫॉर द पर्पस ऑफ एक्सटॉर्शन। I have 1 and 2 or 3 or 4 or 5 horse's mouth evidence ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਆਉਂਦੇ ਨੇ, ਸਾਨੂੰ ਕਹਿੰਦੇ ਜੀ ਤੁਹਾਡਾ ਪਤਾ ਲੱਗਿਆ ਕਿ ਤੁਹਾਡੇ ਵਪਾਰ ਦਾ 1000 ਕਰੋੜ ਰੁਪਏ ਦਾ ਬਿਜ਼ਨਸ ਆ ਸਾਲ ਦਾ, ਸਾਡਾ ਹਿੱਸਾ ਦੱਸੋ ਕੀ ਦਿਓਗੇ ਇਹਦੇ ਵਿੱਚੋਂ। ਔਰ ਕਿਸੇ ਆਪਣੇ ਇੱਕ ਫੇਵਰੇਟ ਪਲੇਅਰ ਨੂੰ ਫੇਵਰ ਕਰਨ ਲਈ, ਕੇਬਲ ਨੈਟਵਰਕ ਵਿੱਚ ਇਹਨਾਂ ਦਾ ਇੱਕ ਫੇਵਰੇਟ ਪਲੇਅਰ ਬਣਿਆ, ਸਾਡੇ ਮਿੱਤਰ ਹੀ ਨੇ, ਜਾਣਦੇ ਹੁੰਦੇ ਸਾਰੇ, ਦੋਸਤ ਨੇ ਜਲੰਧਰ ਦੇ, ਉਹਨਾਂ ਨੂੰ ਫੇਵਰ ਕਰਨ ਵਾਸਤੇ ਬਾਕੀ ਸਾਰਿਆਂ ਦੀ ਆਮ ਟਵਿਸਟਿੰਗ ਚੱਲ ਰਹੀ ਹੈ। ਦਿਸ ਇਜ਼ ਕਾਲਡ ਐਕਸਟੋਰਸ਼ਨ। ਇਹਨੂੰ ਕੀ ਹਿੰਦੀ 'ਚ ਕੀ ਕਹਿੰਦੇ ਹੁੰਦੇ ਜੀ ਐਕਸਟੋਰਸ਼ਨ ਨੂੰ, ਦੱਸਿਓ ਜ਼ਰਾ। ਉਗਾਹੀ ਨਹੀਂ, ਸਰੀ ਆਪਣਾ ਸੁਪਾਰੀ ਕੁਛ ਹੁੰਦਾ ਪੰਜਾਬੀ 'ਚ ਕੀ ਕਹਿੰਦੇ ਮੈਨੂੰ ਉਹ ਵੀ ਨਹੀਂ ਯਾਦ ਆ ਰਿਹਾ। ਐਕਸਟੋਰਸ਼ਨ ਪੱਕਾ, ਹਾਂ, ਹਫਤਾ ਲੈਣਾ, ਵੱਡੀ ਤਾਂ ਕਰਪਸ਼ਨ ਹੁੰਦੀ। ਐਕਸਟੋਰਸ਼ਨ। ਮੇਰੀ ਕਿ ਭਗਵੰਤ ਮਾਨ ਨੂੰ ਬੇਨਤੀ ਕਿ ਸਿੰਸ ਤੁਸੀਂ ਏਡਾ ਵੱਡਾ ਐਕਸ਼ਨ ਲੈ ਰਹੇ ਹੋ,
ਇੱਕ ਐਡਾ ਵੱਡਾ ਐਕਸ਼ਨ ਲੈਣ ਤੋਂ ਬਾਅਦ ਜੇ ਤੁਹਾਡੇ ਨੱਕ ਦੇ ਥੱਲੇ ਤੁਹਾਡੇ 2 ਸੈਕਟਰ ਦੇ ਪੂਲ ਵਿੱਚ 2 ਬੰਦੇ ਬੈਠ ਕੇ ਤੇ ਪੰਜਾਬ ਦੇ ਲੋਕਾਂ ਦੀ ਆਰਮ ਟਵਿਸਟਿੰਗ ਕਰ ਰਹੇ ਨੇ, ਤੇ ਫਿਰ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ। ਦੈਟ ਮੀਨਸ ਦਿਸ ਇਜ਼ ਜਸਟ this entire episode of Singla was just to divert the attention of the people from the burning issues of the state, ਕਿਉਂਕਿ ਹੁਣ ਕੁਝ ਦਿਨ ਲੋਕਾਂ ਨੇ ਸਿੰਗਲਾ ਤੇ ਵਾਹ ਕਰਨੀ ਆ, ਤੇ ਜਿਹੜੇ ਪਟਵਾਰੀ ਰੱਖੇ 1800 ਬਜ਼ੁਰਗ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀ ਮਿਲੀ ਉਹਦੀ ਵੀ ਗੱਲ ਨਹੀਂ ਹੋਣੀ। ਅੱਜ ਹੀ 4-5 ਮੌਤਾਂ ਨਸ਼ੇ ਨਾਲ ਹੋਈਆਂ, ਉਹਦੀ ਕੋਈ ਗੱਲ ਨਹੀਂ ਹੋਣੀ। ਅੱਜ ਹੀ ਰੋਜ਼ ਆਉਂਦਾ ਕਿ ਕਿਸਾਨ ਆਤਮ ਹੱਤਿਆ ਕਰ ਰਹੇ, ਉਹਦੀ ਗੱਲ ਨਹੀਂ ਹੋਣੀ। ਜਿਹੜੇ ਸਾਡੇ ਟੀਚਰ ਜਿਹੜੇ PTIs ਜਿਹੜੇ ਆਤਮਾ ਵਰਕਰਸ ਧਰਨਿਆਂ ਤੇ ਬੈਠੇ ਨੇ, ਉਹਨਾਂ ਦੀ ਗੱਲ ਨਹੀਂ ਹੋਣੀ। ਇਹ ਸਾਰੀਆਂ ਗੱਲਾਂ ਛੁਪ ਜਾਣੀਆਂ, ਤੇ ਕਿਤੇ ਨਾ ਕਿਤੇ ਸ਼ਾਇਦ ਰਾਜ ਸਭਾ ਦੇ ਮੈਂਬਰਾਂ ਤੇ ਵੀ ਪਰਦਾ ਪੈ ਗਿਆ ਥੋੜੀ ਦੇਰ ਵਾਸਤੇ। ਪੈਣਾ ਨਹੀਂਗਾ ਪੱਕੇ ਤੌਰ ਤੇ, ਕਿਉਂਕਿ ਉਹ ਜਿਹੜੇ 2 ਬੰਦੇ ਨੇ, ਭਗਵੰਤ ਮਾਨ ਨੂੰ ਮੇਰੀ ਬੇਨਤੀ ਆ ਕਿ ਜਿਹੜੇ 5 ਚੋਂ 2 ਬਣਾਏ ਆ, ਲਵਲੀ ਯੂਨੀਵਰਸਿਟੀ ਵਾਲਾ ਇੱਕ ਵਪਾਰੀ, ਇੱਕ ਸਨੀ ਅਰੋੜਾ ਜਿਹੜਾ ਪ੍ਰੋਪਰਟੀ ਡੀਲਰ ਹੈ ਦਿੱਲੀ ਦਾ, ਇਹਨਾਂ ਦੀ ਵੀ ਜਾਂਚ ਕਰਾਓ। ਦਿਸ ਇਜ਼ ਕੰਸੈਂਸ਼ੂਅਲ ਕਰਪਸ਼ਨ ਬਾਏ ਦੀ ਆਮ ਆਦਮੀ ਪਾਰਟੀ, ਕਿਉਂਕਿ ਲੋਕਾਂ 'ਚ ਆਮ ਹਰ ਇੱਕ ਬੱਚੇ ਦੀ ਜ਼ੁਬਾਨ ਹੈ ਕਿ ਇਹ ਬੰਦਿਆਂ ਦਾ ਆਮ ਆਦਮੀ ਪਾਰਟੀ ਨਾਲ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ। ਕਿਸੇ ਮੁੱਦੇ ਤੇ ਨਾ ਪਹਿਲਾਂ ਬੋਲੇ ਆ, ਤੇ ਨਾ ਰਾਜ ਸਭਾ ਵਿੱਚ ਬਣ ਕੇ ਕਦੀ ਹੁਣ ਬੋਲੇ ਨੇ, ਤੇ ਨਾ ਕਦੀ ਗਾਂ ਬੋਲਣਾ ਵਾ। ਤੇ ਇਹਨਾਂ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਜੀ? ਲੋਕਾਂ 'ਚ ਇੱਕ ਖੁੰਡ ਚਰਚਾ ਵਾ, ਉਹ ਕਹਿੰਦੇ ਨੇ ਆਵਾਜ਼ੇ ਖਲਕਤ ਨਗਾਰਾ ਏ ਖੁਦਾ। 25-25 ਕਰੋੜ ਰੁਪਈਆ ਇਹਨਾਂ ਦੋਨਾਂ ਤੋਂ ਲਿਆ ਵਾ ਕੇਜਰੀਵਾਲ ਸਾਹਿਬ ਨੇ, ਪਹਿਲਾਂ 2 ਗੁਪਤਿਆਂ ਤੋਂ ਵੀ ਲਏ ਹੋਏ ਨੇ ਪੈਸੇ। ਉਹਦੀ ਜਾਂਚ ਕਰਾਊਗੇ ਕੋਈ ਕਰਪਸ਼ਨ ਦੀ? ਕਿ ਇਜ਼ ਇਟ ਗੋਇੰਗ ਟੂ ਬੀ ਲਾਈਕ ਜਿੱਥੇ ਸਾਡਾ ਦਿਲ ਕਰਦਾ ਅਸੀਂ ਆ ਫੜ ਕੇ ਇੱਕ ਬੱਕਰਾ ਬਣਾ ਕੇ ਝਟਕਾ ਕੇ ਤੇ ਮੀਡੀਆ ਨੂੰ ਦੱਸਤਾ ਤੇ ਲਾਲਾ ਚੱਲਦੀ ਰਹੂ 2-4 ਦਿਨ? ਇਹ 2 ਮੈਂਬਰਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਇਹਨਾਂ ਤੋਂ ਪੱਕਾ ਆਦਾਨ ਪ੍ਰਦਾਨ ਹੋਇਆ, ਐਂਡ ਦਿਸ ਇਜ਼ ਕਨਸੈਂਸ਼ੂਅਲ ਕਰਪਸ਼ਨ। ਸਹਿਮਤੀ ਨਾਲ ਦਿੱਤੇ ਹੋਏ ਪੈਸੇ ਆਏ ਗਏ ਨੇ। ਇਹ ਕਹਿਣਗੇ ਹੁਣ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ, ਸ਼ਿਕਾਇਤ ਮੇਰੀ ਲੈ ਲੈਣ, ਮੈਂ ਲਿਖ ਕੇ ਦੇ ਦਿੰਦਾ ਵਾਂ, ਮੇਰੇ ਵੱਲੋਂ ਸ਼ਿਕਾਇਤ ਕਰਕੇ ਇਹਨਾਂ ਦੀ ਜਾਂਚ ਕੀਤੀ ਜਾਵੇ। ਗਈ ਵੀ ਹੋਈ ਹੈ ਜੀ ਸ਼ਿਕਾਇਤ ਗਈ ਵੀ ਹੋਈ ਹੈ ਕਹਿੰਦੇ। ਮੈਂ ਜਦੋਂ ਕਰਪਸ਼ਨ ਵਾਲਾ ਨੰਬਰ ਲਾਂਚ ਕੀਤਾ ਸੀ ਨਾ, ਪਹਿਲੀ ਸ਼ਿਕਾਇਤ ਇਹੀ ਦਿੱਤੀ ਸੀਗੀ ਵੀ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਵੀ ਇਹ 2 ਜਣਿਆਂ ਨੂੰ ਤੁਸੀਂ ਰਾਜ ਸਭਾ ਕਿਵੇਂ ਦਈ, ਇਹਦੇ ਵਿੱਚ ਕਿਤੇ ਆਦਾਨ ਪ੍ਰਦਾਨ ਹੋਇਆ ਦੀ ਜਾਂਚ ਕੀਤੀ ਜਾਵੇ। ਪੈਸੇ ਲੈਣੇ ਕਰਪਸ਼ਨ ਹੈ ਕਿ ਦੇਣਾ ਵੀ ਕਰਪਸ਼ਨ ਹੈ? ਦੋਨੋਂ ਗੁਨਾਹ ਨੇ, ਫੜਨੇ ਤਾਂ ਦੋਨੋਂ ਚਾਹੀਦੇ ਨੇ, ਫੜਦੇ ਲੈਣ ਵਾਲੇ ਨੂੰ। ਇੱਕ ਤੁਹਾਡੇ ਸਾਥੀ ਹੈਗੇ ਆ, ਤੁਹਾਡੀ ਪਾਰਟੀ ਦੇ ਵਿਧਾਇਕ ਹੈਗੇ ਆ ਸੰਦੀਪ ਜਾਖੜ, ਉਹ ਕਹਿ ਰਹੇ ਆ ਕਿ ਜੇਕਰ ਸਾਡੀ ਸਰਕਾਰ ਵੇਲੇ ਅਗਰ ਭ੍ਰਿਸ਼ਟਾਚਾਰ ਦੇ ਉੱਤੇ ਕੁਝ ਕੰਟਰੋਲ ਕੀਤਾ ਹੁੰਦਾ ਤਾਂ ਅਸੀਂ 78 ਤੋਂ 18 ਤੇ ਨਾ ਆਉਂਦੇ। ਮੈਂ ਤਾਂ ਖੁਦ ਵੀ ਕਹਿ ਰਿਹਾ ਵਾਂ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ਬੜੀ ਵੱਡੀ ਨਸੀਹਤ ਹੈ ਇਹ। ਉਹ ਦਾਗੀ ਮੰਤਰੀਆਂ ਨੂੰ ਬਚਾਉਂਦੇ ਆਪ ਰੁੜ ਗਏ ਨੇ। ਜੇ ਇਹੀ ਕੰਮ, ਉਹਨਾਂ ਦੇ ਕੋਲ ਤਾਂ ਬਹੁਤ ਪੁਖਤਾ ਸਬੂਤ ਸੀਗੇ। ਤੁਹਾਨੂੰ ਯਾਦ ਆ ਉਹ ਜਦੋਂ ਇੱਕ ਮਾਈਨਿੰਗ ਮਾਫੀਆ ਮਿਨਿਸਟਰ ਨੂੰ 10 ਮਹੀਨੇ ਲੜਾਈ ਲੜਨੀ ਪਈ, ਫਿਰ ਜਾ ਕੇ ਬੜੀ ਮੁਸ਼ਕਲ ਨਾਲ ਕੱਢਿਆ, ਔਰ ਹੋਰ ਮਿਨਿਸਟਰਸ ਦੇ ਖਿਲਾਫ ਇਲਜ਼ਾਮ ਲੱਗੇ। ਤੇ ਕਾਂਗਰਸ ਨੇ ਗਲਤੀ ਕੀਤੀ ਬਹੁਤ ਵੱਡੀ ਜਦੋਂ ਉਸ ਨੂੰ ਦੁਬਾਰਾ ਰੀਇੰਡਕਟ ਕੀਤਾ ਤੇ ਟੈਂਟਡ ਮਿਨਿਸਟਰਸ ਨੂੰ ਦੁਬਾਰਾ ਨੋਮੀਨੇਟ ਕੀਤਾ, ਉਹਦਾ ਹਸ਼ਰ ਹੀ ਹੋਇਆ। ਸੋ ਦੇਅਰਫੋਰ ਅਗਰ ਚੀਫ ਮਿਨਿਸਟਰ ਇਹ ਸਮਝਦਾ ਕਿ ਮੈਂ ਪਾਰਟੀ ਨੂੰ ਬਚਾ ਰਿਹਾ, ਮਜ਼ਬੂਤ ਕਰ ਰਿਹਾ, ਦੇ ਆਰ ਰੋਂਗ। ਅਗਰ ਤੁਸੀਂ ਕਰਪਟ ਬੰਦਿਆਂ ਦੇ ਖਿਲਾਫ ਕੀ ਕਹਿੰਦੇ ਹੁੰਦੇ ਆ ਕਿ ਐਗਜ਼ੈਂਪਲਰੀ ਐਕਸ਼ਨ ਲਵੋਗੇ, ਇਟ ਆਲਵੇਜ਼ ਹੈਲਪਸ ਦ ਪਾਰਟੀ ਟੂ ਗਰੋ ਐਂਡ ਇਟ ਮੇਕਸ ਦ ਗਵਰਨਮੈਂਟ ਸਟਰੋਂਗਰ ਇਨ ਦ। ਹਾਂਜੀ, ਨਹੀਂ ਉਹਨਾਂ ਨੇ ਥੋੜ੍ਹਾ ਕਰਨੀ ਸੀ ਜੀ, ਚੀਫ ਮਿਨਿਸਟਰ ਤਾਂ ਇਹ ਸੀਗੇ ਨਾ ਜੀ। ਇਹ ਤਾਂ ਐਵੇਂ ਕਿਸੇ ਦੇ ਮੋਢੇ ਤੇ ਬੰਦੂਕ ਰੱਖਣ ਵਾਲੀ ਗੱਲ ਹੈਗੀ ਆ। ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ, ਮੈਂ ਤਾਂ ਤੁਹਾਨੂੰ ਆਪਣਾ ਪੱਖ ਦੱਸਿਆ ਕਿ ਜੇ ਕਾਂਗਰਸ ਵੀ ਭ੍ਰਿਸ਼ਟਾਚਾਰ ਤੇ ਸੀਰੀਅਸਲੀ ਆਪਣੇ ਮਿਨਿਸਟਰਸ ਨੂੰ ਐਕਸ ਕਰਦੀ ਤੇ ਸਾਫ਼ ਬੰਦਿਆਂ ਨੂੰ ਮੂਹਰੇ ਲੈ ਕੇ ਆਉਂਦੀ, ਤੇ ਅੱਜ ਸ਼ਾਇਦ ਆਪੋਜੀਸ਼ਨ ਵਾਲੇ ਆਹ ਦਿਨ ਜਿਹੜੇ ਕਾਂਗਰਸ ਨੂੰ ਨਾ ਦੇਖਣੇ ਪੈਂਦੇ। ਹਲੇ ਵੀ ਸਮਾਂ ਵਾ, ਹਲੇ ਵੀ ਦੇ ਨੀਡ ਟੂ ਲਰਨ, ਦੇ ਹੈਵ ਟੂ ਇੰਪਰੂਵ देयर ਇੰਟਾਇਰ ਸਿਸਟਮ ਆਫ ਥਿੰਕਿੰਗ, ਕਿ ਉਹ ਯੁੱਗ ਪੁਰਾਣਾ ਚਲੇ ਗਿਆ ਵਾ। ਇੱਕ ਨਾ ਬਾਰ ਹੈਜ਼ ਬੀਨ ਸੈਟ ਨਾ, ਈਵਨ ਇਹ ਭਗਵੰਤ ਮਾਨ ਵਾਸਤੇ ਵੀ ਬਾਰ ਆ ਹੁਣ ਇਹ, ਕਿ ਇੱਕ ਆਡੀਓ ਰਿਕਾਰਡਿੰਗ ਤੇ ਮਿਨਿਸਟਰ ਨੂੰ ਹੁਣ ਲਾਇਆ ਗਿਆ ਵਾ, ਤੇ ਕੱਲ ਨੂੰ ਜੇ ਕਿਸੇ ਨੇ ਵੀਡੀਓ ਦਿਖਾਤੀ ਤੇ ਫਿਰ ਕਹਿਣ ਨਹੀਂ ਲਾਉਣਾ, ਤੇ ਫਿਰ ਇਹ ਵੀ ਮਾਰੇ ਜਾਣਗੇ। ਜੇ ਕਿਸੇ ਨੇ ਐਫੀਡੇਵਿਟ ਦੇ ਦਿੱਤਾ ਕਿ ਮੇਰੇ ਕੋਲ ਇਹ ਮਿਨਿਸਟਰ ਨੇ ਜਾਂ ਕਿਸੇ ਆਫੀਸ਼ੀਅਲ ਨੇ ਮੇਰੇ ਕੋਲ 10 ਲੱਖ ਰੁਪਇਆ ਰਿਸ਼ਵਤ ਲਈ ਆ ਤੇ ਨਹੀਂ ਲਾਉਣਗੇ, ਤੇ ਫਿਰ ਵੀ ਮਾਰੇ ਜਾਣਗੇ। ਸੋ ਦੇयर ਇਜ਼ ਅ ਬਾਰ, ਇਟਸ ਅ ਲੈਵਲ ਆਫ ਸਿਸਟਮ ਇਨ ਪੰਜਾਬ ਜਿਹਨੂੰ ਕਾਂਗਰਸ ਨੂੰ ਵੀ ਫੋਲੋ ਕਰਨਾ ਚਾਹੀਦਾ, ਐਂਡ ਦੇ ਸ਼ੁੱਡ ਬੀ ਵੈਰੀ ਕੇਅਰਫੁਲ ਇਨ ਐਂਡ ਦੇ ਸ਼ੁੱਡ ਬ੍ਰਿੰਗ ਇਨ ਮਚ ਬੈਟਰ ਕਲੀਨਰ ਲੀਡਰਸ਼ਿਪ, ਨਾਟ ਓਨਲੀ ਇਨ ਪੰਜਾਬ, ਪੈਨ ਇੰਡੀਆ ਕਲੀਨਰ ਲੀਡਰਸ਼ਿਪ ਦੀ ਡਿਮਾਂਡ ਸਾਰੇ ਦੇਸ਼ ਵਿੱਚ ਅੱਜ ਉੱਠੀ। ਥੋੜਾ ਇੱਕ ਗੱਲ ਹੋਰ ਹੈ, ਖਹਿਰਾ ਸਾਹਿਬ ਇੱਕ ਗੱਲ ਹੁਣ ਤਾਂ ਯਾਰ ਬਹੁਤ ਜ਼ੋਰ ਲੱਗ ਗਿਆ ਮੇਰਾ। ਲੱਗਦਾ ਨਹੀਂਗਾ ਕਿ ਕਾਂਗਰਸ ਦੀ ਸਾਰੀ ਫੰਡ ਇਕੱਲੇ ਖਹਿਰਾ ਸਾਹਿਬ ਹੀ ਚੱਕੀ ਫਿਰਦੇ ਆ, ਕਿਉਂਕਿ 2 ਬੰਦੇ ਬੋਲਦੇ ਸੀ, ਇੱਕ ਤਾਂ ਚਲੋ ਹੁਣ ਪਟਿਆਲਾ ਜੇਲ੍ਹ 'ਚ ਹੈ,
ਤੁਹਾਡੇ ਨਾਲ ਹਾਲਾਂਕਿ ਨੀਚੇ ਜਾ ਕੇ ਵਰਕਰਾਂ ਨੂੰ ਜ਼ਰੂਰ ਮਿਲਦੇ ਆ, ਪਰ ਆ ਜਿਹੜਾ ਤੁਸੀਂ ਪੰਚਾਇਤੀ ਜ਼ਮੀਨ ਵਾਲਾ ਮੁੱਦਾ ਸ਼ੁਰੂ ਤੁਸੀਂ ਕੀਤਾ ਸੀ, ਕੋਈ ਭਰਮਾ ਹੰਗਾਰਾ ਦੇਣ ਵਾਸਤੇ ਤੁਹਾਡੇ ਕੋਲੇ ਆ ਜਾਊਗੀ? ਨਹੀਂ ਕੋਈ ਗੱਲ ਨਹੀਂ ਜੀ, ਉਹ ਆਪਣਾ ਆਪਣਾ ਕੰਮ ਕਰ ਰਹੇ ਨੇ ਸਾਰੇ। ਉਹ ਕੋਈ ਮਾਸ ਕੰਟੈਕਟ 'ਚ ਲੱਗਾ, ਕੋਈ ਆਪਣੀ ਕਨਸਟੀਟੂਐਂਸੀ 'ਚ ਕੰਮ ਕਰ ਰਿਹਾ। ਆਈ ਹੈਵ ਨੋ ਇਸ਼ੂਜ਼, ਆਈ ਹੈਵ ਨੋ ਗਰਾਊਸ। ਮੈਂ CLP ਮੀਟਿੰਗ ਜਾਂ ਜਦੋਂ ਵੀ ਕੱਲ ਹੋਈ ਸਾਰੇ ਪੱਖ ਰੱਖ ਦਿੰਦਾ ਉੱਥੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਇੰਪੋਰਟੈਂਟ ਇੱਕ ਦੋ ਇਸ਼ੂਜ਼ ਨੇ ਜਿਹੜੇ ਕੋਈ ਸਨਸਨੀ ਨਹੀਂਗੇ, ਜਿਹੜੇ ਪੰਜਾਬ ਦੇ ਹਿੱਤ ਦੇ, ਮੈਂ ਤੁਹਾਡੇ ਸਾਹਮਣੇ ਰੱਖੂੰਗਾ ਔਰ ਅਸੀਂ ਵਿਧਾਨ ਸਭਾ ਦੇ ਵਿੱਚ ਉਹ ਸਾਰੇ ਇਸ਼ੂਜ਼ ਨੂੰ ਉਠਾਵਾਂਗੇ। ਕੈਪਟਨ ਸਾਹਿਬ ਮੈਨੂੰ ਲਿਆਉਣ ਵਾਲੇ ਨਹੀਂ ਸੀਗੇ ਜੀ। ਆਈ ਜੁਆਇਨ ਦ ਕਾਂਗਰਸ। ਨੋ ਲਿਸਨ ਟੂ ਮੀ, ਆਈ ਜੁਆਇਨ ਦ ਕਾਂਗਰਸ ਪਾਰਟੀ, ਆਈ ਡਿਡ ਨਾਟ ਜੁਆਇਨ ਐਨੀ ਇੰਡੀਵਿਜੂਅਲ। ਮੈਂ ਉਦੋਂ ਵੀ ਕਲੈਰੀਫਾਈ ਕੀਤਾ ਸੀਗਾ। ਕੈਪਟਨ ਅਮਰਿੰਦਰ ਸਿੰਘ ਦੀ ਮੈਂ ਹਰ ਗੱਲ ਤੋਂ ਉਹਨਾਂ ਦੀ ਹਮੇਸ਼ਾ ਕਰਦਾ ਰਿਹਾ ਵਾਂ, ਇੱਜ਼ਤ ਕਰਦਾ, ਅੱਜ ਵੀ ਕਰਦਾ ਵਾਂ। ਪਰ ਜਿਹੜੇ ਕੰਮ ਗਲਤ ਨੇ ਉਹ ਤਾਂ ਕਹਿਣੇ ਪੈਣਗੇ ਨਾ ਉਹਨਾਂ ਨੂੰ ਗਲਤ। ਮੈਂ ਰਾਣੀ ਗੁਰਜੀਤ ਦੇ ਖਿਲਾਫ ਬਹੁਤ ਵਾਰੀ ਕਿਹਾ ਕਿ ਨਾ ਇੰਡਕਟ ਕਰੋ ਉਹਨੂੰ ਜਾਂ ਇਹਨੂੰ ਹਟਾਇਆ ਜਾਵੇ। 10 ਮਹੀਨੇ ਕਿਉਂ ਲੜਦੇ ਰਹੇ ਉਹ? ਇਟ ਵਾਜ਼ ਰੋਂਗ। ਔਰ ਉਹਨੂੰ ਦੁਬਾਰਾ ਰੀਇੰਡਕਟ ਕਰਕੇ ਕਾਂਗਰਸ ਨੇ ਕੀ ਖੱਟ ਲਿਆ ਉਹਦੇ ਵਿੱਚੋਂ? ਸਾਰੀ ਗੱਲ ਤੋਂ ਨਥਿੰਗ ਐਟ ਆਲ। ਸਰ 2 ਮਹੀਨੇ 'ਚ ਇੰਨਾ ਪੰਜਾਬ ਦਾ ਮਾਹੌਲ ਖਰਾਬ ਹੈਗਾ ਤੇ 5 ਸਾਲ ਕਿਵੇਂ ਕੱਢਣਗੇ ਤੁਸੀਂ? ਕੋਈ ਸੁਜੈਸ਼ਨ ਦੱਸ ਸਕਦੇ? ਨਹੀਂ ਕੋਈ ਨਹੀਂ ਜੀ, ਲਾਅ ਐਂਡ ਆਰਡਰ ਵੱਡਾ ਇਸ਼ੂ ਆ। ਸਾਡੀ ਸਰਕਾਰ ਦੇ ਨਾਲ ਪੂਰੀ ਹਰ ਗੱਲ ਦੇ ਉੱਤੇ ਸਾਡੀ ਸਪੋਰਟ ਵੀ ਹੈ, ਇਕੱਲੀ ਨੁਕਤਾਚੀਨੀ ਨਹੀਂ ਗੀ। ਔਰ ਅਸੀਂ ਉਮੀਦ ਕਰਦੇ ਕਿ ਸਰਕਾਰ ਆਉਣ ਵਾਲੇ 5 ਸਾਲ ਚੰਗੇ ਤਰੀਕੇ ਨਾਲ ਚੰਗੇ ਮੁੱਦੇ ਕਰਕੇ ਤੇ ਕਰੇਗੀ। ਜਿਹੜਾ ਗਲਤ ਕਰਨਗੇ ਗਲਤ ਕਰਾਂਗੇ, ਜਿਹੜੇ ਠੀਕ ਕਰਨਗੇ ਉਹ ਠੀਕ ਕਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਅਪੀਲ ਜਿੰਨੇ ਵੀ ਆਮ ਆਦਮੀ ਪਾਰਟੀ ਲੀਡਰ ਇਹਨਾਂ ਦੇ ਪ੍ਰੋਪਰਟੀ ਦੇ ਲੋਕ ਸਾਨੂੰ ਦੱਸਣ ਜੇ ਕੋਈ ਹੈਗੇ